ਚਰਚਾ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿੰਡ ਰੋਡੇ ਦੇ ਵਿੱਚ ਜਿਹੜੇ ਸੰਤਾਂ ਦਾ ਪਿੰਡ ਹੈ ਮੋਗਾ ਜ਼ਿਲ੍ਹੇ ਦੇ ਵਿੱਚ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ, ਉੱਥੇ ਉਹਨਾਂ ਦਾ ਕੱਲ ਜਨਮ ਦਿਨ ਮਨਾਇਆ ਗਿਆ ਜਾਂ ਜਨਮ ਦਿਨ ਦਾ ਸਮਾਗਮ ਸੀ। ਉੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸੀ। ਉਹਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਗਏ ਹੋਏ ਸੀ ਤੇ ਉਹਨਾਂ ਦਾ ਭਾਸ਼ਣ ਮੈਂ ਸੁਣਿਆ ਹੈ ਤੇ ਉਹ ਕੱਲ ਬੜਾ ਤਿੱਖਾ ਬੋਲੇ। ਪਹਿਲਾਂ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ 'ਚ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਜਦੋਂ ਧਰਮ ਪ੍ਰਚਾਰ ਦਾ ਕੰਮ ਦਿੱਤਾ ਹੋਇਆ ਹੈ ਉਹ ਲੋਕ ਧਰਮ ਪ੍ਰਚਾਰ ਨਹੀਂ ਕਰ ਰਹੇ, ਇਹ ਵੀ ਉਹਦਾ ਅਰਥ ਕੱਢਿਆ ਜਾ ਸਕਦਾ ਹੈ। ਉਹ ਕਹਿੰਦੇ ਸਾਡੇ ਨੌਜਵਾਨ ਸਿੱਖੀ ਤੋਂ ਦੂਰ ਜਾ ਰਹੇ ਨੇ, ਨਸ਼ਿਆਂ ਵੱਲ ਨੂੰ ਜਾ ਰਹੇ ਨੇ। ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਉਹ ਇੱਕ ਤਰ੍ਹਾਂ ਦਾ ਪ੍ਰਚਾਰਕ ਬਣ ਕੇ ਉਹਨਾਂ ਨੂੰ ਦੁਬਾਰਾ ਲੈ ਕੇ ਆਉਣ ਤੇ ਜਦੋਂ ਆਉਂਦੇ ਨੇ ਉਹ ਮੁੱਖ ਧਾਰਾ 'ਚ ਉਹਨਾਂ ਦਾ ਸਵਾਗਤ ਹੋਵੇ। ਇਹ ਤਾਂ ਚਲੋ ਗੱਲਾਂ ਹੈ। ਜਿਹੜੀ ਗੱਲ ਅਸੀਂ ਅੱਜ ਵਿਸ਼ੇਸ਼ ਤੌਰ ਤੇ ਕਰਨੀ ਹੈ ਉਹ ਇਹ ਹੈ, ਉਹ ਕਹਿਣ ਲੱਗੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਮਕਸਦ ਤੋਂ ਭਟਕ ਗਿਆ। ਤੁਸੀਂ 50 ਸਾਲ ਪੁਰਾਣਾ ਜਿਹੜਾ ਸੰਵਿਧਾਨ ਪੜ੍ਹ ਕੇ ਦੇਖ ਲਓ, ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਜਿਹੜਾ ਏਜੰਡਾ ਸੀ ਉਹ ਸੀ ਗੁਰਦੁਆਰੇ ਤੇ ਪੰਥ ਤੇ। ਪਰ ਹੁਣ ਜਿਹੜੀ ਹੈ ਇਹਨਾਂ ਦੀ ਸੋਚ ਰਾਜਸੀ ਹੋ ਗਈ। ਜਦੋਂ ਦੀ ਸਿਆਸੀ ਸੋਚ ਹੋਈ ਹੈ, ਸਿਆਸੀ ਏਜੰਡਾ ਬਣਿਆ ਹੈ, ਉਸ ਵੇਲੇ ਤੋਂ ਅਕਾਲੀ ਦਲ ਕਮਜ਼ੋਰ ਹੋ ਰਿਹਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਮੁੜ ਤਾਕਤਵਰ ਬਣੇ ਪੰਥ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਿਹੜੇ ਸਾਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਮਜ਼ਬੂਤ ਕਰਨਾ ਹੋਏਗਾ। ਇੱਕ ਕਿਸਮ ਦਾ ਉਹਨਾਂ ਨੇ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਸਵਾਲ ਖੜੇ ਕੀਤੇ। ਬਲਕਿ ਉਹਨਾਂ ਨੇ ਇਹ ਨਹੀਂ ਕਿਹਾ ਹਾਲੇ ਕੱਲਾ ਸਿਆਸੀ ਨਹੀਂ, ਸਿਆਸਤ ਦੇ ਵਿੱਚ ਪੰਥ ਦੇ ਏਜੰਡੇ ਤੋਂ ਵੀ ਸਲਿਪ ਕਰਕੇ ਪੰਜਾਬੀ ਏਜੰਡਾ ਜਦੋਂ ਦਾ ਲਿਆ ਉਦੋਂ ਦੀ ਗੱਲ ਹੋਈ। ਖੈਰ ਆਪਾਂ ਅੱਜ ਜਥੇਦਾਰ ਸਾਹਿਬ ਨੇ ਜੋ ਚੇਤਾਵਨੀ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਏਜੰਡੇ ਤੋਂ ਭਟਕ ਗਿਆ, ਉਹਦੀ ਅੱਜ ਆਪਾਂ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਨੇ ਉਹਨਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਸਾਹਿਬ, ਜਿਹੜੇ ਖੁਦ ਉੱਥੇ ਹਾਜ਼ਰ ਸੀ ਉਸ ਸਮਾਗਮ ਦੇ ਵਿੱਚ, ਉਹ ਸਾਡੇ ਨਾਲ ਸ਼ਾਮਲ ਨੇ। ਹਰਿਆਣਾ ਕਮੇਟੀ ਦੇ ਪ੍ਰਧਾਨ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਬਕਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਹਿਬ ਇਸ ਪ੍ਰੋਗਰਾਮ 'ਚ ਸ਼ਾਮਲ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਨੇ ਸਾਡੇ ਨਾਲ। ਤੇ ਫਿਰ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਤੋਂ ਸਰਦਾਰ ਪਰਮਜੀਤ ਸਿੰਘ ਸੋਹਲੀ ਔਰ ਸਿੱਖ ਚਿੰਤਕ ਐਡਵੋਕੇਟ ਉਪਜੀਤ ਸਿੰਘ ਬਰਾੜ ਸਾਹਿਬ ਇਹ ਸਾਡੇ ਨਾਲ ਸ਼ਾਮਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਪੰਜੋਲੀ ਸਾਹਿਬ, ਤੁਸੀਂ ਉੱਥੇ ਸੀ ਤੇ ਤੁਹਾਡੀ ਗੱਲਬਾਤ ਸੁਣੀ ਵੀ, ਕਹੀ ਵੀ ਤੁਸੀਂ। ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਪੰਜੋਲੀ ਸਾਹਿਬ ਜਿਹੜੇ ਨੇ ਉਹਨਾਂ ਦਾ ਸਾਡੇ ਨਾਲ ਸੰਪਰਕ ਟੁੱਟ ਗਿਆ। ਮੈਂ ਦੁਬਾਰਾ ਜਦੋਂ ਆਉਂਦੇ ਨੇ ਦੁਬਾਰਾ ਉਹਨਾਂ ਨਾਲ ਗੱਲ ਕਰਦੇ ਆ। ਜਥੇਦਾਰ ਦਾਦੂਵਾਲ ਸਾਹਿਬ, ਕਿਵੇਂ ਲੱਗਦਾ ਹੈ ਜਥੇਦਾਰ ਅਕਾਲ ਤਖਤ ਅੱਜ ਕੱਲ ਵਾਹਵਾ ਬੇਬਾਕੀ ਨਾਲ ਨਸੀਹਤਾਂ ਦੇ ਰਹੇ ਨੇ? ਉਹ ਵੇਲਾ ਵੀ ਸੀ ਜਦੋਂ ਜਥੇਦਾਰ ਅਕਾਲ ਤਖਤ ਜਾਂ ਬਾਕੀ ਸਿੰਘ ਸਾਹਿਬਾਨ ਬਾਰੇ ਕਿਹਾ ਜਾਂਦਾ ਸੀ ਕਿ ਇਹ ਤਾਂ ਪ੍ਰਧਾਨ ਜੀ ਜਿੱਥੇ ਚਾਹਣ ਜਿਵੇਂ ਚਾਹਣ ਉਵੇਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੋਂ ਕਹਾ ਸਕਦੇ ਨੇ, ਵਰਤ ਸਕਦੇ ਨੇ। ਪਰ ਕੱਲ ਤੱਕ ਕਾਫੀ ਤਿੱਖਾ ਬਿਆਨ ਦਿੱਤਾ ਹੈ ਜਥੇਦਾਰ ਦਾਦੂਵਾਲ ਜੀ। ਦੇਖੋ ਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਸੰਤਾਂ ਦੇ ਜਨਮ ਦਿਹਾੜੇ ਤੇ ਜਥੇਦਾਰ ਸਾਹਿਬ ਨੇ ਸਪੀਚ ਦਿੱਤੀ ਆ, ਮੈਂ ਉਹਨਾਂ ਦੇ ਜਨਮ ਦਿਨ ਦੀ ਸਮੂਹ ਸਿੱਖ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਜੋ ਉਹਨਾਂ ਨੇ ਗੱਲਬਾਤ ਕੀਤੀ ਆ ਉੱਥੇ ਜਥੇਦਾਰ ਸਾਹਿਬ ਨੇ, ਮੈਂ ਇੱਕੋ ਹੀ ਗੱਲ ਸਮਝਦਾ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਜਿਹੜਾ ਕਾਰਜਕਾਲ ਆ ਨਾ, ਉਹਨਾਂ ਕੋਲ ਇੱਕ ਗੋਲਡਨ ਚਾਂਸ, ਗੋਲਡਨ ਟਾਈਮ ਆ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਨਹੀਂ ਆ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਵਿੱਚ ਨਹੀਂ ਹੈ ਪੰਜਾਬ ਸਰਕਾਰ ਦੀ। ਇਹ ਗੋਲਡਨ ਚਾਂਸ ਹੈ ਗਿਆਨੀ ਹਰਪ੍ਰੀਤ ਸਿੰਘ ਹੋਣਾ ਕੋਲੇ।
ਜਿਹੜੀਆਂ ਗੱਲਾਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਹਿ ਰਹੇ ਨੇ, ਬਹੁਤ ਸਾਰੀਆਂ ਉਹਨਾਂ ਨੇ ਪੰਥਕ ਇਸ਼ੂ, ਪੰਥਕ ਗੱਲਾਂ ਕੀਤੀਆਂ ਨੇ, ਅਸੀਂ ਐਪਰੀਸ਼ੀਏਟ ਵੀ ਕੀਤਾ, ਸ਼ਲਾਘਾ ਵੀ ਕੀਤੀ ਆ। ਪਰ ਇਸ ਕਾਰਨ ਕਰਕੇ ਹੀ, ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਜੇਕਰ ਸੱਤਾ 'ਚ ਹੁੰਦਾ ਤੇ ਅੱਜ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਵੀ ਇਹ ਬਿਆਨ ਨਾ ਦੇ ਪਾਉਂਦੇ, ਔਰ ਜੇ ਬਿਆਨ ਦਿੰਦੇ ਤਾਂ ਹੁਣ ਸ਼ਾਇਦ ਉਹ ਘਰ ਭੇਜੇ ਹੁੰਦੇ। ਜੋ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਹ ਸੱਚਾਈ ਵੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੱਤਾ 'ਚ ਰਹਿੰਦਿਆਂ ਜਿਸ ਤਰੀਕੇ ਦੇ ਨਾਲ ਪੰਥਕ ਮਰਿਆਦਾਵਾਂ ਦਾ ਘਾਣ ਕੀਤਾ, ਸ਼੍ਰੋਮਣੀ ਸੰਸਥਾਵਾਂ ਦਾ ਘਾਣ ਕੀਤਾ, ਤਖਤ ਸਾਹਿਬਾਨਾਂ ਦੀ ਮਾਨ ਮਰਿਆਦਾ ਦਾ ਘਾਣ ਕੀਤਾ, ਪੰਥਕ ਸਿਧਾਂਤਾਂ ਦਾ ਘਾਣ ਕੀਤਾ, ਉਹ ਸਾਰਿਆਂ ਦੇ ਸਾਹਮਣੇ ਹੈ। ਜੇ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀਆਂ ਗੱਲਾਂ ਕਹੀਆਂ ਨੇ, ਮੈਂ ਸਮਝਦਾ ਚਲੋ ਦੇਰ ਆਏ ਦਰੁਸਤ ਆਏ ਕਿ ਕਿਸੇ ਜਥੇਦਾਰ ਅਕਾਲ ਤਖਤ ਨੇ ਵੀ ਇਹ ਗੱਲਾਂ ਕੀਤੀਆਂ ਜੋ ਉਹਨਾਂ ਦੇ ਵੱਲੋਂ ਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਪੁਆਇੰਟ ਕੀਤੇ ਹੋਏ ਆ। ਇਹ ਗੱਲਾਂ ਸਾਹਮਣੇ ਕਹਿੰਦੇ ਆ, ਆਵਾਜ਼ੇ ਖਲਕ ਨਗਾੜਾ ਏ ਖੁਦਾ, ਇਹ ਸਾਰੀ ਸਿੱਖ ਪੰਥ ਦੀ ਆਵਾਜ਼ ਆ ਕਿ ਇਹ ਸਾਰਾ ਕੁਝ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ। ਐਵੇਂ ਨਹੀਂ ਬਾਰ-ਬਾਰ ਕਦੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਰਾ ਅਕਾਲੀ ਦਲ ਖੁਦ ਹੀ ਅਕਾਲ ਤਖਤ ਸਾਹਿਬ ਤੇ ਚਲੇ ਜਾਂਦੇ ਆ, ਖੁਦ ਹੀ ਦਰਬਾਰ ਸਾਹਿਬ ਜਾ ਕੇ ਭਾਂਡੇ ਮਾਂਜਦੇ, ਬਰਤਨ ਸਾਫ਼ ਕਰਦੇ ਆ, ਜੋੜੇ ਸਾਫ਼ ਕਰਦੇ ਆ, ਭੁੱਲਾਂ ਚੁੱਕਾਂ ਦੀ ਮਾਫੀ ਮੰਗਦੇ ਆ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਮ ਅਰਦਾਸ ਸੀ ਤੇ ਉੱਥੇ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਸਾਡੇ ਤੋਂ ਜੋ ਗਲਤੀਆਂ ਹੋਈਆਂ ਅਸੀਂ ਪੰਥ ਤੋਂ ਮੁਆਫੀ ਮੰਗਦੇ ਆ। ਇਹ ਗੱਲਾਂ ਐਵੇਂ ਨਹੀਂ ਹੋ ਰਹੀਆਂ, ਵਾਕਿਆ ਹੀ ਉਹਨਾਂ ਨੇ ਗਲਤੀਆਂ ਕੀਤੀਆਂ, ਸਿਧਾਂਤਾਂ ਦਾ ਘਾਣ ਕੀਤਾ, ਜੋ ਜ਼ਿੰਮੇਵਾਰੀਆਂ ਬਣਦੀਆਂ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਨਿਭਾਈਆਂ। ਤੇ ਸ਼੍ਰੋਮਣੀ ਸੰਸਥਾਵਾਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਵਰਤਿਆ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚਾਹੇ ਤਖਤ ਸਾਹਿਬਾਨਾਂ ਦੇ ਜਥੇਦਾਰ ਸੀ, ਉਹਨਾਂ ਨੂੰ ਕੋਠੀ 'ਚ ਸੱਦ ਕੇ ਜਿਸ ਤਰ੍ਹਾਂ ਮਾਫੀਨਾਮੇ ਜਾਰੀ ਕਰਵਾਏ ਆ, ਇਹ ਗਿਆਨੀ ਹਰਪ੍ਰੀਤ ਸਿੰਘ ਦੇ ਸਾਰਾ ਕੁਝ ਸਾਹਮਣੇ ਤਾਂ ਹੀ ਕੁਝ ਹੋ ਰਿਹਾ। ਦਾਦੂਵਾਲ ਸਾਹਿਬ, ਸਵਾਲ ਤਾਂ ਇਹ ਹੈ ਕਿ ਚੌਥਾ ਸਾਲ, ਮੇਰਾ ਖਿਆਲ 4 ਸਾਲ ਹੋ ਗਏ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ, ਇਹਨਾਂ ਨੇ ਕੱਲ ਹੀ ਕਿਉਂ ਕਿਹਾ ਜਾਂ ਪਿਛਲੇ ਦਿਨਾਂ ਤੋਂ ਵੀ ਕਿਉਂ ਬੋਲਣ ਲੱਗੇ ਨੇ? ਕੁਛ ਨਾ ਕੁਛ ਤਾਂ ਐਸਾ ਹੈ ਜਿਸ ਦੀ ਸਮਝਣ ਦੀ ਲੋੜ ਹੈ ਸਾਨੂੰ, ਇਹਦੇ ਬਾਰੇ ਕੀ ਕਹੋ? ਦੇਖੋ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਅੱਜ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਅੱਜ ਉਹ ਵੇਖ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਉਹਦੇ ਤੇ ਜਿਹੜਾ ਇਸ ਵੇਲੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਉਹਨਾਂ ਤੇ ਸੰਚਾਲਨ ਕਰ ਰਿਹਾ ਪਰਿਵਾਰ ਆ, ਉਹਦੇ ਪੈਰ ਨਹੀਂ ਲੱਗ ਰਹੇ ਕਿਤੇ ਵੀ। ਉਹ ਜਿਸ ਤਰੀਕੇ ਦੇ ਨਾਲ ਪੰਥ ਵਿੱਚ ਜਾਣ ਦੀ ਕੋਸ਼ਿਸ਼ ਕਰਦਾ, ਫਿਰ ਬੈਕਫੁੱਟ ਤੇ ਚਲੇ ਜਾਂਦਾ। ਤਾਂ ਗਿਆਨੀ ਹਰਪ੍ਰੀਤ ਸਿੰਘ ਵੀ ਹੁਣ ਕਹਿ ਰਹੇ ਆ ਵੀ ਇਹ ਗਲਤੀਆਂ ਹੋਈਆਂ ਨੇ, ਸ਼੍ਰੋਮਣੀ ਅਕਾਲੀ ਦਲ ਉਹਨਾਂ ਮਰਿਆਦਾਵਾਂ ਨੂੰ ਨਹੀਂ ਨਿਭਾ ਸਕਿਆ, ਪਰੰਪਰਾਵਾਂ ਨੂੰ ਨਹੀਂ ਨਿਭਾ ਸਕਿਆ। ਜੇ ਤੁਹਾਡੀ ਇਹ ਗੱਲ ਨੂੰ ਮੰਨ ਲਈਏ ਜਥੇਦਾਰ ਸਾਹਿਬ, ਫਿਰ ਤਾਂ ਗੱਲ ਦੂਜੀ ਵੀ ਹੈ ਕਿ ਉਹਨਾਂ ਦਾ ਵੀ ਕਿੰਨਾ ਕੁ ਸ਼੍ਰੋਮਣੀ ਕਮੇਟੀ, ਜੇ ਉਹਨਾਂ ਦਾ ਪ੍ਰਬੰਧ ਢਿੱਲਾ ਤੁਹਾਡੇ ਸ਼ਬਦਾਂ 'ਚ ਹੈ, ਤੇ ਫਿਰ ਤਾਂ ਉਹਨਾਂ ਦੇ ਕਹੇ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਨੂੰ ਹੁਣ ਤੱਕ ਆਪਦਾ ਚੈਨਲ ਸ਼ੁਰੂ ਕਰ ਦੇਣਾ ਚਾਹੀਦਾ ਸੀ। ਉਹ ਤਾਂ ਫਿਰ ਉਹਦਾ ਟੈਂਡਰ ਲੈਣ ਦੀ ਗੱਲ ਕਰ ਰਹੇ ਨੇ। ਇਹਦਾ ਮਤਲਬ ਜਾਂ ਤਾਂ ਉਹਨਾਂ ਨੂੰ ਕਿਸੇ ਕਿਸਮ ਦਾ ਡਰ ਹੈ। ਖੈਰ, ਮੈਂ ਦੁਬਾਰਾ ਹੁਣ ਪੰਜੌਲੀ ਸਾਹਿਬ ਜੁੜੇ ਨੇ ਸਾਡੇ ਨਾਲ, ਉਹਨਾਂ ਦੀ ਟਿੱਪਣੀ ਜ਼ਰੂਰੀ ਹੈ। ਪੰਜੌਲੀ ਸਾਹਿਬ, ਮੈਂ ਪਹਿਲਾਂ ਵੀ ਆਇਆ ਸੀ, ਤੁਸੀਂ ਆਪਣੀ ਗੱਲ ਕਰੋ ਇਸ ਵਿਸ਼ੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲੀਆ ਸਾਹਿਬ, ਜਿਹੜੀ ਗੱਲ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਮੇਰਾ ਖਿਆਲ ਹੈ ਵੀ ਸਿੰਘ ਸਾਹਿਬ, ਭਾਈ ਹਰਪ੍ਰੀਤ ਸਿੰਘ ਜੀ ਇਹ ਗੱਲਾਂ ਕਈ ਵਾਰ ਕਹਿ ਚੁੱਕੇ ਨੇ। ਪਿੱਛੇ ਜੇ ਉਹਨੇ ਕਿਹਾ ਸੀ ਵੀ ਅਕਾਲੀ ਦਲ ਕਮਜ਼ੋਰ ਪੈ ਗਿਆ, ਸਾਰੇ ਅਕਾਲੀ ਦਲਾਂ ਨੂੰ ਇਕੱਠੇ ਹੋਣਾ ਚਾਹੀਦਾ, ਪਰ ਕਿਸੇ ਅਕਾਲੀ ਨੇ ਉਹਨਾਂ ਦੀ ਆਵਾਜ਼ ਨਹੀਂ ਸੁਣੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਨੰਦਪੁਰ ਸਾਹਿਬ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਕਿਰਤੀਆਂ ਕਾਮਿਆਂ ਦੀ ਪਾਰਟੀ ਸੀ, ਇਹ ਸਰਮਾਏਦਾਰਾਂ ਤੇ ਜ਼ਗੀਰਦਾਰਾਂ ਦੀ ਬਣ ਗਈ। ਉਦੋਂ ਵੀ ਕਿਸੇ ਨੇ ਉਹਨਾਂ ਦੀ ਆਵਾਜ਼ ਨਹੀਂ ਸੁਣੀ। ਫਿਰ ਕੱਲ ਵੀ ਉਹਨਾਂ ਨੇ ਮੋਗੇ ਦੇ ਵਿੱਚ ਪਿੰਡ ਰੋਡੇ ਵਿਖੇ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਮਾਗਮ ਤੇ ਬਹੁਤ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਸ਼ਬਦ ਉਹਨਾਂ ਨੇ ਕੱਲ ਵੀ ਕਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਪੈ ਗਈ, ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਪੈ ਗਿਆ, ਆਪਣੇ ਸਿਧਾਂਤਾਂ, ਪਰੰਪਰਾਵਾਂ, ਮਰਿਆਦਾ ਤੋਂ ਥਿੜਕ ਗਿਆ ਪੂਰੀ ਤਰ੍ਹਾਂ। ਤੇ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਬਣਾਇਆ ਤਾਂ ਅਕਾਲ ਤਖਤ ਦੇ ਸਨਮੁਖ ਬੈਠ ਕੇ ਸੀ, ਤੇ ਜੇ ਅੱਜ ਉਹ ਥਿੜਕ ਗਿਆ ਸਿਧਾਂਤਾਂ ਤੋਂ, ਪਰੰਪਰਾਵਾਂ ਤੋਂ, ਮਰਿਆਦਾ ਤੋਂ, ਫਿਰ ਜਥੇਦਾਰ ਗੱਲਾਂ ਕਿਉਂ ਕਰਦੇ ਨੇ ਜੀ? ਜਥੇਦਾਰ ਨੂੰ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਜਥੇਦਾਰ ਨੂੰ ਐਕਸ਼ਨ ਕਰਨਾ ਚਾਹੀਦਾ। ਗੱਲਾਂ ਤਾਂ ਮੇਰੇ ਵਰਗਿਆਂ ਨੇ ਕਰਨੀਆਂ ਨੇ, ਤੁਹਾਡੇ ਵਰਗਿਆਂ ਨੇ ਕਰਨੀਆਂ ਨੇ, ਹੋਰਾਂ ਸੰਗਤਾਂ ਨੇ ਕਰਨੀਆਂ ਨੇ। ਜਥੇਦਾਰ ਦੀ ਪੋਸਟ ਉਹ ਐਕਸ਼ਨ ਦੀ ਹੈ।
ਜੇ ਜਥੇਦਾਰ ਨੂੰ ਲੱਗਦਾ ਹੈ ਕਿ ਖਾਲਸਾ ਪੰਥ ਦੀ ਇਹ ਮਹਾਨ ਰਾਸ਼ਟਰੀ ਪੰਥਕ ਜਥੇਬੰਦੀ ਤਬਾਹੀ ਦੇ ਵੱਲ ਜਾ ਰਹੀ ਹੈ, ਉਹਦੀ ਹੋਂਦ ਖਤਰੇ ਵਿੱਚ ਪੈ ਰਹੀ ਹੈ, ਤਾਂ ਉਹ ਇਸ ਲੀਡਰਸ਼ਿਪ ਨੂੰ ਜਿਹਦੀ ਬਦੌਲਤ ਇਹ ਜਥੇਬੰਦੀ ਕਮਜ਼ੋਰ ਪਈ ਹੈ ਉਹਦੀ ਜਵਾਬ ਤਲਬੀ ਕਿਉਂ ਨਹੀਂ ਕਰਦੇ? ਉਹਨਾਂ ਨੂੰ ਅਕਾਲ ਤਖਤ ਤੇ ਤਲਬ ਕਰਕੇ ਉਹਨਾਂ ਨੂੰ ਉਦੇਸ਼ ਕਿਉਂ ਨਹੀਂ ਜਾਰੀ ਕਰਦੇ ਕਿ ਆਪਣੇ ਅਹੁਦੇ ਅਕਾਲ ਤਖਤ ਨੂੰ ਸੌਂਪੋ, ਔਰ ਜਿਹੜੇ ਉਹਨਾਂ ਨੇ ਗੁਨਾਹ ਕੀਤੇ ਨੇ ਉਹਨਾਂ ਨੂੰ ਤਨਖਾਹ ਲਾਉਣ ਤੇ ਕੌਮ ਨੂੰ ਨਵੀਂ ਲੀਡਰਸ਼ਿਪ ਦੇਣ ਦਾ ਯਤਨ ਕਰਨ। ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਭਾਸ਼ਣ ਨਹੀਂ ਕਰਨੇ ਚਾਹੀਦੇ, ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਐਕਸ਼ਨ ਕਰਨਾ ਚਾਹੀਦਾ ਹੈ। ਜ਼ਰੂਰਤ ਐਕਸ਼ਨ ਦੀ ਹੈ। ਜੇ ਤੁਹਾਨੂੰ ਕੀ ਲੱਗਦਾ ਕਿ ਐਕਸ਼ਨ ਜਿਹੜੇ ਪਹਿਲਾਂ ਵੀ ਕਈ ਵਾਰੀ ਹੋਏ ਨੇ, ਐਕਸ਼ਨ ਤੋਂ ਬਾਅਦ ਜਥੇਦਾਰ ਦੇ ਪ੍ਰੀਵਿਊ 'ਚ ਇਹ ਗੱਲ ਹੈ? ਤੁਸੀਂ ਆਪ ਹੀ ਤਾਂ ਕਹਿ ਰਹੇ ਹੋ, ਬਾਰ-ਬਾਰ ਕਹਿ ਰਹੇ ਨੇ, ਉਹਨਾਂ ਦੀ ਕੋਈ ਸੁਣ ਹੀ ਨਹੀਂ ਰਿਹਾ। ਤੇ ਜੇ ਕੋਈ ਸੁਣ ਨਹੀਂ ਰਿਹਾ ਪਰ ਛੱਡ ਕੇ ਆਪਣੇ ਘਰ ਬੈਠੋ ਜੀ, ਫਿਰ ਕਾਹਨੂੰ ਸੁਣਾਉਂਦੇ ਹੋ ਭਾਸ਼ਣ ਕਿਸੇ ਨੂੰ? ਇਹ ਫਿਰ ਇਹਨਾਂ ਭਾਸ਼ਣਾਂ ਦਾ ਕੋਈ ਮਤਲਬ ਨਹੀਂ ਬਣਦਾ। ਫਿਰ ਦੇਖੋ ਬੜੀ ਸਿੱਧੀ ਗੱਲ ਹੈ, ਜੇ ਜਥੇਦਾਰ ਦੀ ਗੱਲ ਨਹੀਂ ਸੁਣੀ ਜਾਂਦੀ ਫਿਰ ਜਥੇਦਾਰ ਨੂੰ ਛੱਡ ਜਾਣਾ ਚਾਹੀਦਾ, ਜਾਂ ਜਥੇਦਾਰ ਨੂੰ ਇਹਨਾਂ ਲੋਕਾਂ ਨੂੰ ਅਕਾਲ ਤਖਤ ਤੇ ਤਲਬ ਕਰਨਾ ਚਾਹੀਦਾ, ਇਹਨਾਂ ਦਾ ਦੋਸ਼ ਪੱਤਰ ਆਇਦ ਕਰਨਾ ਚਾਹੀਦਾ। ਬਰਗਾੜੀ ਕਾਂਡ ਇਹਨਾਂ ਦੇ ਰਾਜ 'ਚ ਹੋਇਆ, ਬਾਈਬਲ ਕਲਾਂ ਕਾਂਡ ਇਹਨਾਂ ਦੇ ਰਾਜ 'ਚ ਹੋਇਆ, ਤੇ ਸੌਦੇ ਸਾਧ ਨੂੰ ਮਾਫੀ ਇਹਨਾਂ ਦੇ ਰਾਜ 'ਚ ਦਿੱਤੀ ਗਈ, ਸਿੱਖਾਂ ਦੇ ਕਾਤਲ ਪੁਲਿਸ ਅਫਸਰ ਇਹਨਾਂ ਦੇ ਰਾਜ 'ਚ ਲੱਗੇ, ਐਡੇ ਐਡੇ ਵੱਡੇ ਗੁਨਾਹ ਇਹਨਾਂ ਨੇ ਕੀਤੇ ਹੋਏ ਨੇ। ਉਹਨਾਂ ਗੁਨਾਹਾਂ ਦੀ ਇਹਨਾਂ ਨੂੰ ਸਜ਼ਾ ਦੇਣ ਲਈ ਅਕਾਲ ਤਖਤ ਤੇ ਤਲਬ ਕਰਨਾ ਚਾਹੀਦਾ, ਅਸਤੀਫੇ ਇਹਨਾਂ ਤੋਂ ਲੈ ਲੈਣੇ ਚਾਹੀਦੇ ਨੇ, ਤੇ ਤਨਖਾਹ ਲਾ ਕੇ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਭਾਈ ਤੁਸੀਂ 5 ਸਾਲ ਕਿਸੇ ਅਹੁਦੇ ਤੇ ਕੋਈ ਕੰਮ ਨਹੀਂ ਕਰੋਗੇ, ਕਿਉਂਕਿ ਜਿੱਡੇ ਵੱਡੇ ਗੁਨਾਹ ਤੁਸੀਂ ਕਰ ਚੁੱਕੇ ਹੋ। ਜੇ ਜਥੇਦਾਰ ਦੀ ਗੱਲ ਹੀ ਮੰਨਦੇ ਫਿਰ ਜਥੇਦਾਰ ਛੱਡ ਦੇਵੇ, ਜਾਂ ਜਥੇਦਾਰ ਇਹਨਾਂ ਨੂੰ ਤਲਬ ਕਰੇ, ਇਹਨਾਂ ਦੇ ਖਿਲਾਫ ਕਾਰਵਾਈ ਕਰੇ। ਪੰਜਾਬੀ ਸਾਹਿਬ ਦੁਬਾਰਾ ਆਉਣਾ ਹੈ ਤੁਹਾਡੀ, ਮੈਂ ਪਰਮਜੀਤ ਸਿੰਘ ਸੋਢੀ ਸਾਹਿਬ ਦੀ ਟਿੱਪਣੀ ਲੈ ਲਾਂ। ਸੋਢੀ ਸਾਹਿਬ। ਸਮੂਹ ਜਿੰਨੇ ਵੀ ਭਰਾ ਸਾਡੇ ਜੁੜੇ ਨੇ ਸਤਿਕਾਰਯੋਗ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰਿਆਂ ਨੂੰ ਜਿਹੜੇ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਾਦੂਵਾਲ ਸਾਹਿਬ, ਪੰਜੋਲੀ ਸਾਹਿਬ, ਇਹਨਾਂ ਸਾਰਿਆਂ ਨੂੰ ਸੁਣਿਆ। ਮੈਨੂੰ ਇੱਕ ਗੱਲ ਦਾ ਦੁੱਖ ਹੈ ਕਿ ਇਹਨਾਂ ਸਾਰਿਆਂ ਨੂੰ ਪਤਾ ਹੈ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਕੌਣ ਬੁਲਾਉਂਦਾ ਹੈ। ਜੇ ਉਹ ਬੋਲਦੇ ਨੇ ਉਹਨਾਂ ਦੀ ਜੇ ਸੁਣਵਾਈ ਨਹੀਂ, ਉਹ ਕਿਉਂ ਜਾ ਕੇ ਕਿਤੇ ਨਾ ਕਿਤੇ ਜ਼ਬਾਨ ਠਾਕੀ ਜਾਂਦੀ ਹੈ। ਇਹਦੀ ਬੈਕ ਤੇ ਬਹੁਤ ਗੁੱਸਾ ਹੈ। ਜਦੋਂ ਸਿੰਘ ਸਾਹਿਬ ਦਿੱਲੀ ਦਾ ਬੁਲਾਇਆ ਵਾ, ਰਾਘਵ ਚੱਡੇ ਉਹਨਾਂ ਦੇ ਜਾ ਸਕਦਾ ਹੈ, ਉੱਥੇ ਤਾਂ ਅਕਾਲ ਤਖਤ ਨੂੰ ਪਿੱਠ ਦਿਖਾ ਕੇ ਅਸੀਂ ਜਾ ਸਕਦੇ ਆ। ਇੱਥੇ ਜੇ ਕੌਮ ਦੀ ਪੰਥ ਦੀ ਗੱਲ ਕਰਨੀ ਪੈਂਦੀ ਹੈ, ਜਿੱਦਣ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਹੈ, ਉਦੋਂ ਇੱਥੇ ਸਿੰਘ ਬਾਦਲਾਂ ਦੇ ਰਾਜ ਭਾਗ 'ਚ ਸ਼ਹੀਦ ਹੋਏ ਸਨ। ਗੁਰੂ ਘਰਾਂ ਦੀਆਂ ਬੇਅਦਬੀਆਂ ਇਹਨਾਂ ਨੂੰ ਖੁਦ ਪਤਾ ਹੋਈਆਂ ਸਨ। ਇਹ ਸਾਰਾ ਕੁਛ ਇਹਨਾਂ ਦੇ ਇੱਥੇ ਬੈਠਣ ਤੋਂ ਪਹਿਲਾਂ ਇਹਨਾਂ ਨੂੰ ਪਤਾ ਹੈ ਸਾਰਾ। ਆ ਜਿੰਨੇ ਬੈਠੇ ਨੇ ਸਾਡੇ ਭਰਾਵਾਂ ਨੇ ਆਪਣੇ ਪਿੰਡਿਆਂ ਤੇ ਹੰਡਾਇਆ, ਦਾਦੂਆ ਸਾਹਿਬ ਨੇ ਸਾਰਿਆਂ ਨੂੰ ਵੱਧ ਹੰਡਾਇਆ। ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਅੱਜ ਸਾਰਿਆਂ ਨੂੰ ਪਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ, ਅਸੀਂ ਉਸ ਅਕਾਲ ਤਖਤ ਦਾ ਸਤਿਕਾਰ ਕਰਦੇ ਹਾਂ, ਪਰ ਜਿਵੇਂ ਬਣਿਆ ਹੋਇਆ, ਜਿਵੇਂ ਇਹਦਾ ਚਾਲ ਚੱਲਣ ਦਾ ਉਸ ਮੁਤਾਬਕ ਜਥੇਦਾਰੀ ਦੇ ਯੋਗ ਇਹ ਨਹੀਂ। ਅੱਜ ਵੀ ਜਿਹੜਾ ਪਰਿਵਾਰ ਜਿਵੇਂ ਇਹਨੂੰ ਮੋੜ ਦਿੰਦਾ ਉਧਰ ਨੂੰ ਮੁੜ ਜਾਂਦਾ। ਅੱਜ ਉਹ ਜਿਹੜੇ ਬਾਦਲ ਕੇ ਵੈਂਟੀਲੇਟਰ ਤੇ ਪਏ ਨੇ, ਉਹ ਬਾਰ-ਬਾਰ ਚੋਭੇ ਮਾਰ ਦੇਖ ਰਹੇ ਨੇ ਕੌਮ ਨੂੰ ਵੀ ਕੌਮ 'ਚ ਜਾਨ ਹੈ ਕਿ ਅਸੀਂ ਜਿਵੇਂ ਪਿੱਛੇ ਲਿਫਾਫਿਆਂ 'ਚੋਂ ਕੱਢ ਕੇ ਕਿਸੇ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਦਈਏ, ਕਿਸੇ ਨੂੰ ਜਥੇਦਾਰ ਲਾ ਦਈਏ, ਕਿਸੇ ਨੂੰ ਹਟਾ ਦਈਏ, ਇਹ ਸਾਡਾ ਚੱਲੀ ਜਾਊ। ਸਾਡੇ ਦੋਸ਼ ਨਹੀਂ ਲਾਏ ਹੋਏ ਜੀ। ਜਿਹੜਾ ਅੱਜ ਵੀ ਹੈੱਡ ਗ੍ਰੰਥੀ ਦੁਬਾਰਾ ਲਾਇਆ ਗਿਆਨੀ ਗੁਰਮੁਖ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦਾ, ਉਹਨੇ ਕਿਹਾ ਉਹਦਾ ਤਾਂ ਮੰਨ ਲੈਣਾ ਵੀ ਸੱਚ ਕੀ ਸੀ। ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਸਾਡੇ ਭਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਰਹੇ, ਪੰਜੋਲੀ ਸਾਡਾ 2071 ਵੀ ਰਿਹਾ, ਉਹ ਤੁਸੀਂ ਖੁੱਲ ਕੇ ਤਾਂ ਦੱਸ ਦੋ ਵੀ ਇਹ ਸਾਰਾ ਕਿੱਥੇ ਪੱਕਦੀ ਆ ਖਿਚੜੀ। ਦਿੱਲੀ ਪੱਕਦੀ ਆ, ਚੰਡੀਗੜ੍ਹ ਪੱਕਦੀ ਆ, ਜਿਹਦੇ ਕਰਕੇ ਕੌਮ ਦਾ ਬੇੜਾ ਗਰਕ ਹੋ ਜਾ ਰਿਹਾ ਹੈ। ਸੋਢੀ ਸਾਹਿਬ, ਤੁਹਾਡਾ ਪੁਆਇੰਟ ਆਫ ਵਿਊ ਆ ਗਿਆ। ਆਪਾਂ ਅੱਗੇ ਵੱਧਦੇ ਹਾਂ, ਕਿਉਂਕਿ ਪੀਰ ਮੁਹੰਮਦ ਸਾਹਿਬ ਨੇ ਜਵਾਬ ਵੀ ਦੇਣੇ ਨੇ। ਉਹ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਨੇ, ਲੇਕਿਨ ਇੱਕ ਬ੍ਰੇਕ ਦਾ ਟਾਈਮ ਹੋ ਗਿਆ। ਪਹਿਲਾਂ ਲੈਣੇ ਬ੍ਰੇਕ, ਮਿਲਦੇ ਬ੍ਰੇਕ ਤੋਂ ਬਾਅਦ। ਚਰਚਾ
चर्चा। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਦੇਖੋ, ਬ੍ਰੇਕ ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰ ਰਹੇ ਸੀ, ਸਹੌਲੀ ਸਾਹਿਬ ਨੇ ਤਾਂ ਇੱਕ ਨਵੀਂ ਐਂਗਲ ਦਿੱਤਾ ਜੀ। ਇਹ ਤਾਂ ਚਾਲੀ ਦਿੱਲੀ ਤੋਂ ਰਹੇ ਤਾਂ ਅਮਿਤ ਸ਼ਾਹ ਤੋਂ ਜਾਂ ਮਤਲਬ ਰਾਘਵ ਚੱਡੇ ਦੀ ਗੱਲ ਕਰਤੀ, ਤੇ ਇਹ ਐਂਗਲ ਵੀ ਹੈ। ਤੇ ਬਾਕੀ ਪੰਜੋਲੀ ਸਾਹਿਬ ਜੋ ਕਹਿੰਦੇ ਨੇ ਉਹ ਤੁਸੀਂ ਸੁਣੀ ਲਿਆ। ਬਹੁਤ ਸਾਰੇ ਸਵਾਲ ਉੱਠੇ ਨੇ ਜਿਨ੍ਹਾਂ ਦਾ ਜਵਾਬ ਪੀਰ ਮੁਹੰਮਦ ਸਾਹਿਬ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਇਸ ਪ੍ਰੋਗਰਾਮ 'ਚ ਕਰ ਰਹੇ ਨੇ, ਉਹ ਦੇਣਗੇ। ਪੀਰ ਮੁਹੰਮਦ ਸਾਹਿਬ। ਵਾਲੀਆ ਸਾਹਿਬ, ਗੱਲ ਇਹ ਆ ਕਿ ਜਿਸ ਪਰਿਵਾਰ ਦੇ ਵਿੱਚ ਜਾਂ ਜਿਸ ਕੌਮ ਦੇ ਵਿੱਚ ਬੇਵਿਸ਼ਵਾਸੀ ਵਾਲਾ ਮਾਹੌਲ ਪੈਦਾ ਹੋ ਜਾਵੇ, ਉੱਥੇ ਫਿਰ ਇਸੇ ਤਰ੍ਹਾਂ ਦੇ ਹੀ ਜਵਾਬ ਸਵਾਲ ਹੁੰਦੇ ਨੇ ਜਿਸ ਤਰੀਕੇ ਦੇ ਆਪਾਂ ਕਰ ਰਹੇ ਹਾਂ। ਠੀਕ ਹੈ, ਇੱਕ ਸ਼੍ਰੋਮਣੀ ਅਕਾਲੀ ਦਲ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਫਿਰ ਅਲੱਗ-ਅਲੱਗ ਜਥੇਬੰਦੀਆਂ ਨੇ। ਲੇਕਿਨ ਅਸੀਂ ਜਦੋਂ ਵੀ ਕਿਸੇ ਵੀ ਡਿਬੇਟ ਦੇ ਵਿੱਚ ਜੁੜਦੇ ਹਾਂ ਤੇ ਅਸੀਂ ਸਾਰਾ ਕੁਝ ਇਹ ਵਿਚਾਰਨ ਦੀ ਜਗ੍ਹਾ ਕਿ ਅਸੀਂ ਅੱਗੇ ਕਿਵੇਂ ਵੱਧ ਸਕਦੇ ਹਾਂ, ਕਿਵੇਂ ਅੱਗੇ ਕੁਝ ਹੋ ਸਕਦਾ ਚੰਗਾ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਦੂਸਰੇ ਨੂੰ ਕਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਕਿ ਜੋ ਗੁਨਾਹਗਾਰ ਹੈ ਉਹ ਤਾਂ ਦੂਸਰਾ, ਮੈਂ ਤਾਂ ਇਹਦੇ 'ਚ ਹੈ ਨਹੀਂਗਾ। ਹੁਣ ਮਸਲਾ ਕੀ ਹੈ ਕਿ ਦੇਖੋ, ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਤਾਂ ਹੈ ਆ ਸਾਰੀ ਸਿੱਖ ਕੌਮ ਨੂੰ ਹੈ, ਲੇਕਿਨ ਜਿੰਨੀਆਂ ਸੰਸਥਾਵਾਂ ਨੇ ਇਹਨਾਂ ਦੇ ਵਿੱਚ ਜਿਹੜਾ ਨਿਘਾਰ ਆਇਆ ਇੱਕ ਦਿਨ ਦੇ ਵਿੱਚ ਥੋੜਾ ਆ ਗਿਆ। ਇਸ ਦੇ ਵਿੱਚ ਜਿੱਥੇ ਜਿੱਥੇ ਪ੍ਰੋਬਲਮ ਹੈਗੀ ਹੈ ਉਸ ਨੂੰ ਵੇਖਣ ਤੇ ਵਾਚਣ ਦੀ ਲੋੜ ਹੈ। ਸਭ ਤੋਂ ਵੱਡੀ ਪ੍ਰੋਬਲਮ ਕੀ ਹੋਈ ਕਿ ਦੇਖੋ, ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹਨੂੰ ਲੀਡਰਸ਼ਿਪ ਦਿੰਦੀ ਸੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ। ਸਾਡੇ ਵਰਗੇ ਬੰਦੇ ਜਿਹੜੇ ਆਮ ਘਰਾਂ ਦੇ ਵਿੱਚੋਂ ਸੀ, ਉਹ ਜਦੋਂ ਅੱਗੇ ਉਹਨਾਂ ਨੇ ਕਿੱਥੇ ਜਾਣਾ ਸੀ, ਉਹਨਾਂ ਦੇ ਕੋਲ ਇੱਕੋ ਇੱਕ ਪੱਥ ਸੀ, ਇੱਕ ਰਸਤਾ ਸੀ, ਉਹ ਸੀ ਸ਼੍ਰੋਮਣੀ ਅਕਾਲੀ ਦਲ। ਲੇਕਿਨ ਜਿਹੜੇ ਬੰਦੇ ਵੀ ਜਿੱਥੇ ਜਿੱਥੇ ਉਹਨਾਂ ਨੂੰ ਮੌਕਾ ਮਿਲ ਗਿਆ, ਉਹਨਾਂ ਨੇ ਆਪਣੇ ਬਾਰੇ ਸੋਚਿਆ। ਉਹਨਾਂ ਨੇ ਉਸ ਵੇਲੇ ਜਥੇਬੰਦੀ ਬਾਰੇ ਜਾਂ ਉਸ ਦੇ ਸਟਰਕਚਰ ਬਾਰੇ, ਉਸ ਦੇ ਜਿਹੜੀ ਬੁਨਿਆਦੀ ਅਸੂਲ ਸਨ, ਸਿਧਾਂਤ ਸਨ, ਉਹਨਾਂ ਬਾਰੇ ਕਦੇ ਵੀ ਨਹੀਂ ਸੋਚਿਆ, ਕਿਉਂਕਿ ਆਪੋ ਧਾਪੀ ਪੈ ਗਈ। ਹੁਣ ਵੀ ਇਹੋ ਹੀ ਆਪੋ ਧਾਪੀ ਦਾ ਇੱਕ ਮਾਹੌਲ ਚੱਲ ਰਿਹਾ। ਮੈਂ ਇਹ ਸਵਾਲ ਜਿਹੜਾ ਹੈ, ਜਦੋਂ ਮੈਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਬੈਠਦਾ ਸੀ, ਮੈਂ ਉਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ। ਮੈਂ ਕਿਹਾ ਜੀ, ਮੈਨੂੰ ਇਹ ਦੱਸੋ ਕਿ ਇਹ ਜਿਹੜੀ ਨੀਤੀ ਘਾੜਾ ਕਮੇਟੀ ਹੈ, ਜਿਹਨੂੰ ਕੋਰ ਕਮੇਟੀ ਆਪਾਂ ਕਹਿੰਦੇ ਆ, ਉਸ ਕਮੇਟੀ ਦੇ ਤੁਸੀਂ ਮੈਂਬਰ ਸੀ, ਜਿੱਥੇ ਬੈਠ ਕੇ ਸਾਰੇ ਫੈਸਲੇ ਹੁੰਦੇ ਸੀ। ਸ਼੍ਰੋਮਣੀ ਅਕਾਲੀ ਦਲ ਆਪਣੇ ਸਟਰਕਚਰ ਬਾਰੇ ਫੈਸਲਾ ਲੈਂਦਾ ਸੀ ਕਿ ਕਿਹੋ ਜਿਹਾ ਜਥੇਬੰਦਕ ਢਾਂਚਾ ਹੋਣਾ ਚਾਹੀਦਾ। ਉਹ ਪੰਥਕ ਫੈਸਲਿਆਂ ਬਾਰੇ, ਜਿਹੜੇ ਮਸਲਿਆਂ ਬਾਰੇ ਫੈਸਲੇ ਲੈਂਦਾ ਸੀ। ਉਹ ਜਿਹੜੀ ਸਰਕਾਰ ਵੀ ਚਲਾਉਂਦਾ ਸੀ, ਸਰਕਾਰ ਬਾਰੇ ਵੀ ਫੈਸਲੇ ਲੈਂਦਾ ਸੀ। ਤਾਂ ਉਸ ਵੇਲੇ ਆਪਾਂ ਕਿਉਂ ਨਹੀਂ ਇਹ ਗੱਲਾਂ ਕੀਤੀਆਂ ਜਿਹੜੀਆਂ ਅੱਜ ਆਪਾਂ ਕਰ ਰਹੇ ਹਾਂ? ਤਾਂ ਉਹ ਕਹਿੰਦੇ ਜੀ ਅਸੀਂ ਅੰਦਰ ਕਰਦੇ ਸੀ ਗੱਲਾਂ। ਹੁਣ ਪੰਜੋਲੀ ਸਾਹਿਬ ਵੀ ਇਹ ਕਹਿਣਗੇ ਕਿ ਅਸੀਂ ਤਾਂ ਅੰਦਰ ਗੱਲਾਂ ਕਰਦੇ ਰਹੇ ਜੀ, ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਲੇਕਿਨ ਇੱਕ ਗੱਲ, ਇੱਕ ਮੇਰੀ ਬੇਨਤੀ ਤੇਰੀ ਪੂਰੀ, ਮੈਂ ਆਪ ਜੀ ਦੀ ਗੱਲ 'ਚ ਬੋਲਿਆ ਨਹੀਂ, ਮੇਰੀ ਗੱਲ ਪੂਰੀ ਹੋ ਲੈਣ ਦਿਓ। ਅੱਜ ਹੁਣ ਮਸਲਾ ਕੀ ਹੈ? ਨਹੀਂ, ਤੁਸੀਂ ਮੇਰੇ ਤੇ ਐਲੀਗੇਸ਼ਨ ਲਾ ਕੇ ਤਾਂ ਜਵਾਬ ਦਿੱਤਾ। ਨਹੀਂ, ਮੈਂ ਐਲੀਗੇਸ਼ਨ ਨਹੀਂ, ਜਿਹੜਾ ਅੱਜ ਮਸਲਾ ਕੀ ਹੈ, ਦੇਖੋ, ਜਦੋਂ ਅਸੀਂ ਜਦੋਂ ਬਾਹਰ ਸੀ, ਅਸੀਂ ਇਹ ਗੱਲਾਂ ਸਾਰੀਆਂ ਕਰਦੇ ਰਹੇ। ਜਦੋਂ ਸਾਡੇ ਆਪਣੇ ਜਿਹੜੇ ਸਾਰੇ ਲੋਕ, ਯਾਰ ਤੁਸੀਂ ਇਹ ਗੱਲਾਂ ਕਰ ਰਹੇ ਹੋ, ਇਹਦੀ ਕਿੱਥੇ ਸੁਣਵਾਈ ਹੈਗੀ ਹੈ? ਜੇ ਇਹਦੀ ਸੁਣਵਾਈ ਹੈ ਤਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਓ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੈਠ ਕੇ ਗੱਲਾਂ ਕਰੋ। ਜਿਹੜੇ ਵਿੱਚ ਬੈਠੇ ਸੀ ਉਹ ਅੱਜ ਬਾਹਰ ਆਣ ਕੇ ਗੱਲਾਂ ਕਰੀ ਜਾਂਦੇ ਆ। ਅਸੀਂ ਇਹ ਗੱਲਾਂ ਕਹਿੰਦੇ ਆ ਕਿ ਅਸੀਂ ਇਹ ਗੱਲਾਂ ਅੱਜ ਵੀ ਕਰ ਰਹੇ ਹਾਂ ਕਿ ਇਹ ਜਿਹੜੀ ਪ੍ਰੋਬਲਮ ਹੈਗੀ ਏ, ਇਹਦਾ ਹੱਲ ਕੀ ਏ। ਹੁਣ ਦੇਖੋ, 3 ਸੰਸਥਾਵਾਂ ਨੇ ਜਿਨ੍ਹਾਂ ਦਾ ਆਪਸ ਵਿੱਚ ਹਰ ਵਕਤ ਤਾਲਮੇਲ ਰਹਿੰਦਾ। ਸ੍ਰੀ ਅਕਾਲ ਤਖਤ ਸਾਹਿਬ ਜੀ ਤਾਂ ਸੁਪਰ। ਪੀਰ ਮੁਹੰਮਦ ਸਾਹਿਬ, ਇਹ ਟਾਈਮ ਨਾ ਸਾਰਿਆਂ ਨੂੰ ਬਰਾਬਰ ਵੰਡਿਆ ਜਾਂਦਾ ਹੈ। ਆਪਾਂ ਮੁੱਦੇ ਦਾ ਤੁਹਾਨੂੰ ਸਵਾਲ ਕਰ ਲੈਂਦੇ ਆ। ਜੋ ਜਥੇਦਾਰ ਸਾਹਿਬ ਨੇ ਕੱਲ ਕਿਹਾ ਕਿ ਮੁੱਦੇ ਦੀ ਤਾਂ ਮੈਂ ਗੱਲ ਕਰ ਰਿਹਾ, ਆਪਣੇ ਭਟਕ ਗਿਆ, ਤੁਸੀਂ ਇਹਦੇ ਬਾਰੇ ਦੱਸੋ ਕਿ ਆਪਦੇ ਅਸੂਲਾਂ ਤੋਂ ਭਟਕ ਗਿਆ, ਇਹ ਦੱਸੋ। ਤੁਸੀਂ ਮੈਨੂੰ ਦੱਸੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਪਹਿਲਾਂ ਹੀ ਆਪਾਂ ਜਿਸ ਤਰ੍ਹਾਂ ਦਾ ਮਾਹੌਲ ਬਣ ਚੁੱਕਾ ਹੈ, ਕੀ ਹੁਣ ਆਪਾਂ ਕੀ ਕਰਨਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਨੂੰ? ਦੱਸੋ। ਮੈਂ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ, ਮੈਂ ਕਿਸੇ ਪਾਰਟੀ ਦੇ ਬੁਲਾਰਾ ਨਹੀਂ, ਮੈਂ ਤਾਂ ਜਥੇਦਾਰ ਸਾਹਿਬ ਦੇ ਬਿਆਨ ਤੇ ਤੁਹਾਨੂੰ ਸਵਾਲ ਕਰ ਰਿਹਾ ਕਿ ਤੁਹਾਡਾ ਉਹਦੇ ਬਾਰੇ ਮਾਰਕ ਕਰਕੇ ਸਵਾਲ ਕਰਦੇ ਹੋ।
ਵਾਲੀਆ ਸਾਹਿਬ ਤੁਸੀਂ ਵੇਖੋ ਜਥੇਦਾਰ ਸਾਹਿਬ ਤਾਂ ਬਹੁਤ ਕੁਝ ਬੋਲੇ, ਉਹ ਤਾਂ ਤੁਸੀਂ ਗੱਲ ਹੀ ਨਹੀਂ ਕੀਤੀ। ਜਥੇਦਾਰ ਸਾਹਿਬ ਨੇ ਤਾਂ ਹੋਰ ਵੀ ਬਹੁਤ ਗੱਲਾਂ ਕੀਤੀਆਂ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਗੱਲ ਕਰ ਰਹੇ ਹੋ ਉਹਦਾ ਜਵਾਬ ਦੇ ਦਿਓ ਨਾ ਤੁਸੀਂ ਸਮਝ ਦਿਓਗੇ ਆਪਣੇ ਸਿਧਾਂਤਾਂ ਤੋਂ ਚੁੱਕ ਗਿਆ। ਮਤਲਬ ਪਤਾ ਕੀ ਹੈ, ਮਤਲਬ ਇਹ ਆ ਕਿ ਜਿਹੜੇ ਆਪਣੇ ਪੰਥਕ ਟੀਵੀ ਚੈਨਲ ਨੇ ਨਾ, ਉਹਦੇ ਵਿੱਚ ਤਾਂ ਕੋਈ ਹੱਲ ਕੱਢਣਾ ਚਾਹੀਦਾ, ਨਾ ਕਿ ਆਪਾਂ ਨੈਗੇਟਿਵ ਸਾਰਾ ਕੁਝ ਇਕੱਠਾ ਕਰਕੇ ਤੇ ਉਹਦੇ ਚੋਂ ਲੱਭਣਾ ਕੀ ਹੈ। ਦੱਸੋ। ਮਾਫ ਕਰਨਾ, ਮੈਂ ਤੁਹਾਡੇ ਤੇ ਪੰਜੌਲੀ ਸਾਹਿਬ ਕੋਈ ਸਵਾਲ ਕਰਨਾ ਚਾਹੁੰਦੇ ਨੇ, ਫਿਰ ਮੈਂ ਬਰਾੜ ਸਾਹਿਬ ਕੋਲ ਜਾਊਂ। ਪੰਜੌਲੀ ਸਾਹਿਬ। ਪੀਰ ਮੁਹੰਮਦ ਸਾਹਿਬ, ਗੱਲ ਤਾਂ ਇਹ ਹੈ ਵੀ ਜੇ ਤਾਂ ਜਥੇਦਾਰ ਸਾਹਿਬ ਦੀ ਗੱਲ ਗਲਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਘਾਰ ਆ ਗਿਆ, ਇਹ ਪੰਥਕ ਏਜੰਡਾ ਛੱਡ ਗਿਆ, ਆਪਣੀ ਵਿਚਾਰਧਾਰਾ ਛੱਡਤੀ, ਜੇ ਤਾਂ ਜਥੇਦਾਰ ਦੇ ਇਹ ਬਿਆਨ ਗਲਤ ਨੇ, ਫਿਰ ਤਾਂ ਮੈਂ ਸਮਝਦਾ ਕਿ ਜਥੇਦਾਰ ਨੂੰ ਆਪਣੀ ਪਦਵੀ ਤੇ ਰਹਿਣ ਦਾ ਅਧਿਕਾਰ ਨਹੀਂ ਹੈ। ਤੇ ਜੇ ਜਥੇਦਾਰ ਦਾ ਦੋਸ਼ ਠੀਕ ਹੈ, ਫਿਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਧਿਕਾਰ ਨਹੀਂ ਹੈ ਕਿ ਉਹ ਇਹਦੀ ਪਦਵੀ ਤੇ ਬੈਠੀ ਰਹੇ, ਜਿਹੜੀ ਇਹਨੂੰ ਪ੍ਰਬੰਧ ਨੂੰ ਚਲਾਉਂਦੀ ਹੈ। ਦੇਖੋ, ਜਿਹੜਾ ਤੁਸੀਂ ਕਹਿੰਦੇ ਹੋ ਵੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ, ਜਵਾਬ ਲੈ ਲਈਏ। ਬੋਲਣਾ ਚਾਹੁੰਦੇ ਨੇ, ਫਿਰ ਤਾਂ ਹੀ ਅੱਗੇ ਵਧਾਂਗੇ। ਹਾਂਜੀ, ਮੈਂ ਇਹ ਗੱਲ ਕਹਿਣੀ ਚਾਹਣਾ ਕਿ ਜਥੇਦਾਰ ਸਾਹਿਬ ਨੂੰ ਅੱਜ ਪਤਾ ਲੱਗਾ ਜੀ ਇਸ ਗੱਲ ਦਾ। ਇਹ ਜਿਹੜਾ ਘਟਨਾਕ੍ਰਮ ਵਾਪਰ ਰਿਹਾ ਹੈ, ਇਹ ਅੱਜ ਜਥੇਦਾਰ ਸਾਹਿਬ ਨੂੰ ਪਤਾ ਲੱਗਾ ਜੀ ਇਸ ਗੱਲ ਦਾ। ਦੇਖੋ, ਜਥੇਦਾਰ ਸਾਹਿਬ ਨੂੰ ਜਥੇਦਾਰ ਸਾਹਿਬ ਪੀਰ ਮੁਹੰਮਦ ਸਾਹਿਬ ਸਮੇਂ-ਸਮੇਂ ਬੋਲਦੇ ਰਹੇ, ਕਹਿੰਦੇ ਰਹੇ ਆਪਣੀ ਗੱਲ, ਪਰ ਉਹਨਾਂ ਦੀ ਗੱਲ ਕਿਸੇ ਨੇ ਸੁਣੀ ਨਹੀਂ। ਮੈਂ ਇਹੋ ਹੀ ਗੱਲ ਕਹਿ ਰਿਹਾ ਕਿ ਜਥੇਦਾਰ ਸਾਹਿਬ ਦੀ ਪੂਰੀ ਗੱਲ ਜਿਹੜੀ ਹੈ ਉਹ ਦੁਨੀਆ ਨੂੰ ਦੱਸਣ ਦੀ ਲੋੜ ਹੈ। ਆਪਾਂ ਜਿੱਥੇ ਜਿੰਨੀ ਕੁ ਗੱਲ, ਦੇਖੋ ਕੀ ਹੋ ਰਿਹਾ ਆ, ਇੱਕ ਜਿਹੜਾ ਸਾਡਾ ਜਿਹੜਾ ਇੱਥੋਂ ਦਾ ਟੀਵੀ ਚੈਨਲ ਹੈ, ਉਹ ਜਿਹੜਾ ਦੂਸਰਾ ਹੈ, ਉਹ ਲਗਾਤਾਰ ਵਿੱਚੋਂ ਪੁਆਇੰਟ ਚੁੱਕਦਾ ਤੇ ਉਹਦੇ ਉੱਤੇ ਡਿਬੇਟ ਕਰਦਾ। ਉਸੇ ਪੈਟਰਨ ਤੇ ਜਿਹੜੇ ਆਪਣੇ ਪੰਥਕ ਟੀਵੀ ਚੈਨਲ ਨੇ, ਉਹਨਾਂ ਨੂੰ ਇਹ ਵੀ ਵੇਖਣਾ ਪਵੇਗਾ ਕਿ ਜਿਹੜੇ ਦੂਸਰੇ ਪੱਖ ਨੇ, ਜਥੇਦਾਰ ਸਾਹਿਬ ਨੇ ਬਹੁਤ ਹੋਰ ਗੱਲਾਂ ਕੀਤੀਆਂ ਨੇ, ਉਹਨਾਂ ਇਹ ਵੀ ਗੱਲ ਕਹੀ ਹੈ ਕਿ ਘੱਟ ਗਿਣਤੀ ਦੇ ਵਿੱਚ ਜਿਹੜੀ ਕੌਮ ਜਾ ਰਹੀ ਹੈ, ਉਹ ਕੱਲਾ ਉਹਦਾ ਇੱਕ ਕਾਰਨ ਇਹ ਨਹੀਂਗਾ ਕਿ ਇੱਥੇ ਜਿਹੜਾ ਆਪਣੇ ਵਿੱਚੋਂ ਇੱਥੋਂ ਸਾਡੇ ਬੱਚੇ ਬਾਹਰ ਜਾ ਰਹੇ ਨੇ, ਉਹਦੇ ਹੋਰ ਵੀ ਬਹੁਤ ਸਾਰੇ ਕਾਰਨ ਨੇ। ਉਹਨਾਂ ਕਾਰਨਾਂ ਨੂੰ ਡਿਸਕਸ਼ਨ ਦੀ ਲੋੜ ਹੈ। ਪੀਰ ਮੁਹੰਮਦ ਸਾਹਿਬ, ਜਥੇਦਾਰ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਵੀ ਆਪਣਾ ਚੈਨਲ ਚਲਾ ਲਓ, ਉਹਨਾਂ ਦੀ ਕੌਣ ਸੁਣ ਰਿਹਾ? ਤੁਹਾਨੂੰ ਕਿੰਨੇ ਵਾਰੀ ਗੱਲ ਹੋਈ ਹੈ। ਖੈਰ, ਮੈਂ ਹੁਣ ਇੱਕ ਮਿੰਟ ਬੇਨਤੀ ਹੈ ਕਿ ਤੁਸੀਂ ਚੈਨਲ ਦੀ, ਆਪਣਾ ਚੈਨਲ ਕਿੰਨਾ ਵਧੀਆ, ਇਹ ਚੈਨਲ ਨੂੰ ਤੁਸੀਂ ਆ ਜਾਓ ਅੱਗੇ, ਤੁਸੀਂ ਆਓ। ਕੋਈ ਗੱਲ ਨਹੀਂ, ਆਪਾਂ ਆਪਸ ਚ ਤਕਰਾਰਬਾਜ਼ੀ ਦੀ ਬਜਾਏ ਮੁੱਦੇ ਤੇ ਰਹੀਏ। ਉਪਜੀਤ ਸਿੰਘ ਬਰਾੜ ਸਾਹਿਬ। ਪ੍ਰੋਫੈਸਰ ਸਾਹਿਬ, ਜਿਹੜਾ ਕੱਲ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਪਿੰਡ ਰੋਡੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲਿਆਂ ਦੇ ਜਨਮ ਦਿਵਸ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਆ, ਉਹ ਉਹਨਾਂ ਦੀਆਂ ਸਾਰੀਆਂ ਗੱਲਾਂ 'ਚ ਦਾਵਾ, ਇਹ 'ਚ ਕੋਈ ਸ਼ੱਕ ਨਹੀਂ। ਇਹ 'ਚ ਵੀ ਬਿਲਕੁਲ ਇਹ ਗੱਲ ਦਰੁਸਤ ਆ ਵੀ ਅਕਾਲੀ ਦਲ 'ਚ ਵੱਡੇ ਪੱਧਰ ਤੇ ਨਿਘਾਰ ਆਇਆ। ਨਿਘਾਰ ਇਹ ਵੀ ਸਹੀ ਆ, ਜਿਵੇਂ ਪੈਨਲਿਸਟ ਕਹਿ ਰਹੇ ਆ ਵੀ ਇਹ ਕਿਤੇ 1 ਲੱਖ ਦਾ ਆ ਗਿਆ, ਇਹ ਬਿਲਕੁਲ ਸਹੀ ਗੱਲ ਆ। ਇਹ ਜਿਹੜਾ ਨਿਘਾਰ ਆ ਬੜਾ ਲੰਮੇ ਸਮੇਂ ਤੋਂ ਆ ਰਿਹਾ। ਫਿਰ ਜਥੇਦਾਰ ਆਪਣੇ ਪੰਜੌਲੀ ਸਾਹਿਬ ਨੇ ਵੀ ਕਿਹਾ ਵੀ ਫਿਰ ਜੇ ਜਥੇਦਾਰ ਕੁਝ ਕਰ ਨਹੀਂ ਸਕਦੇ ਤਾਂ ਰਿਜ਼ਾਈਨ ਕਰ ਦੇਣ, ਇਹ ਪੰਜੌਲੀ ਸਾਹਿਬ ਕਹਿ ਰਹੇ ਆ। ਪਰ ਮੈਂ ਇੱਕ ਗੱਲ ਜਿਹੜੀ ਦੱਸਣਾ ਚਾਹੁੰਦਾ ਵੀ ਇਹ ਗੱਲ ਜਥੇਦਾਰ ਸਾਹਿਬ ਨੇ ਕਈ ਵਾਰ, ਇਹ ਕਹਿ ਰਹੇ ਵੀ ਕਈ ਵਾਰ ਕਹੀ ਆ, ਤੇ ਤੁਸੀਂ ਵੀ ਦੱਸਿਆ ਜਿਵੇਂ ਜਿਹੜੇ ਸਿੱਖ ਰਿਆਸਤੀ ਝੰਡੇ ਸੀਗੇ ਉਹਨਾਂ ਬਾਰੇ ਗੱਲ ਹੋਈ ਸੀਗੀ, ਤੇ ਉਸ ਤੋਂ ਪਹਿਲਾਂ ਜੋ NSA ਬਾਰੇ ਗੱਲ ਹੋਈ ਸੀਗੀ, ਤੇ ਸਮੇਂ-ਸਮੇਂ ਤੇ ਘੱਟ ਗਿਣਤੀਆਂ ਦੀ ਆਵਾਜ਼ ਬੁਲੰਦ ਕਰਨ ਬਾਰੇ ਜਥੇਦਾਰ ਨੇ ਗੱਲ ਕੀਤੀ ਆ। ਗੱਲ ਇਹ ਆ ਵੀ ਜਥੇਦਾਰ ਦੀ ਗੱਲ ਸੁਣੀ ਕਿਉਂ ਨਹੀਂ ਜਾ ਰਹੀ? ਜਿਵੇਂ ਇਹਨਾਂ ਨੇ ਕਿਹਾ ਵੀ ਰਿਜ਼ਾਈਨ ਕਰ ਦਿਓ, ਇਹ ਮਸਲੇ ਦਾ ਹੱਲ ਨਹੀਂ ਹੈਗਾ। ਜਥੇਦਾਰ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ? ਕਿਉਂਕਿ ਪੁਰਾਣੇ ਲੰਮੇ ਸਮੇਂ ਸੇ 1978 ਤੋਂ ਲੈ ਕੇ ਜੇ ਹੁਣ ਤੱਕ ਦਾ ਆਪਾਂ ਸਾਰਾ ਜੇ ਪੜਚੋਲ ਦੇਖੀਏ ਨਾ ਜਥੇਦਾਰਾਂ ਦਾ, ਤਾਂ ਜਥੇਦਾਰਾਂ ਨੇ ਅਕਾਲੀ ਫੁੱਲਾ ਸਿੰਘ ਦਾ ਜੋ ਇੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਜਾਂ ਜੱਸਾ ਸਿੰਘ ਆਹਲੂਵਾਲੀਆ ਵਜੋਂ ਜਿਹੜੇ ਜਥੇਦਾਰ ਸੀਗੇ, ਭਾਈ ਮਨੀ ਸਿੰਘ, ਇਦਾਂ ਦੇ ਜਿਹੜਾ ਉਹਨਾਂ ਦਾ ਰੁਤਬਾ ਸੀਗਾ, ਜੋ ਉਹਨਾਂ ਦੀ ਇੱਕ ਰੈਪੂਟੇਸ਼ਨ ਸੀਗੀ ਲੋਕਾਂ ਦੇ ਸਿੱਖ ਕੌਮ ਦੇ ਵਿੱਚ, ਉਹ ਗਵਾ ਚੁੱਕੇ ਆ। ਕਿਉਂ ਗਵਾ ਚੁੱਕੇ ਆ? ਕਿਉਂਕਿ ਉਹ ਹੌਲੀ ਹੌਲੀ ਉਹ ਸਮੇਂ ਦੇ ਹਾਕਮਾਂ ਦੇ ਅਧੀਨ, ਸਮੇਂ ਦੇ ਜਿਹੜੇ ਅਕਾਲੀ ਲੀਡਰ ਜਿਹੜੀਆਂ ਕਮੇਟੀਆਂ ਉਹਨਾਂ ਨੂੰ ਬਣਾਉਂਦੀਆਂ ਰਹੀਆਂ, ਉਹਨਾਂ ਦਾ ਪ੍ਰਭਾਵ ਕਬੂਲਦੇ ਰਹੇ, ਅਕਾਲ ਤਖਤ ਦੇ ਸਿਧਾਂਤਾਂ ਨੂੰ ਛੱਡਦੇ ਰਹੇ। ਇਹ 'ਚ ਕੋਈ ਦੋ ਰਾਵਾਂ ਨਹੀਂ। ਕਿਉਂਕਿ ਜੇਕਰ ਤੁਸੀਂ ਪਿਛਲੇ ਸਮੇਂ ਤੋਂ ਚੱਕੋ ਤੇ ਹੁਣ ਤੱਕ ਦੇਖੋ, ਤੁਹਾਨੂੰ ਕਾਫੀ ਕੁਝ ਮਿਲ ਜੂਗਾ। ਮਾਫੀਨਾਮਾ ਵਾਲਾ ਸਾਰਾ ਕੁਝ, ਮੈਂ ਉਹਨਾਂ ਗੱਲਾਂ 'ਚ ਨਹੀਂ ਜਾਣਾ। ਪਰ ਜਥੇਦਾਰ ਸਾਹਿਬ ਨੂੰ ਪਹਿਲੀ ਗੱਲ ਇਹ ਆ ਵੀ ਜਥੇਦਾਰ ਸਾਹਿਬ ਨੂੰ ਇਕੱਲੇ ਬਿਆਨ ਦੇਣ ਦੀ ਲੋੜ ਨਹੀਂ ਹੈਗੀ। ਬਿਆਨ ਦੇਣ ਵਾਲੇ ਜਥੇਦਾਰ ਦਾ ਸਮਾਂ ਲੰਘ ਚੁੱਕਿਆ ਹੈ। ਹੁਣ ਗੱਲ ਹੈਗਾ ਐਕਸ਼ਨ ਲੈਣ ਦੀ।
ਜਹੇਦਾਰ ਨੂੰ ਲੋਕਾਂ 'ਚ ਜਾਣ ਦੀ ਲੋੜ ਆ। ਜਹੇਦਾਰ ਕਦੇ ਲੋਕਾਂ 'ਚ ਨਹੀਂ ਗਏ, ਜਹੇਦਾਰ ਸਿਰਫ ਪ੍ਰੈਸ ਸਟੇਟਮੈਂਟ ਦੇ ਕੇ ਛੱਡ ਦਿੰਦੇ ਆ। ਪ੍ਰੈਸ ਸਟੇਟਮੈਂਟ 'ਚ ਉਹਨਾਂ ਦਾ ਦਮ ਆ, ਗੱਲ ਬਿਲਕੁਲ ਸਹੀ ਆ। ਜੇਕਰ ਤੁਸੀਂ 1978 ਦੇ ਸਮੇਂ ਦੀ ਵੀ ਗੱਲ ਕਰੀਏ ਨਾ, ਨਿਰੰਕਾਰੀਆਂ ਵਾਲਾ ਜਦੋਂ ਕਾਂਡ ਹੋਇਆ, ਉਸ ਦੇ ਸਮੇਂ ਉਸ ਤੋਂ ਪਹਿਲਾਂ ਗੁਰਦਿਆਲ ਸਿੰਘ ਜਨੋਹਾ ਵਰਗੇ ਵੀ ਜਹੇਦਾਰ ਸੀਗੇ ਜਿਨ੍ਹਾਂ ਨੂੰ ਲੋਕ ਮੰਨਦੇ ਸੀਗੇ। ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਫਿਰ 1984 ਦੇ ਦੌਰ ਤੋਂ ਪਹਿਲਾਂ ਜਿਵੇਂ ਅਕਾਲ ਤਖਤ ਦੇ ਜਹੇਦਾਰ ਤੋਂ ਕਿਸੇ ਸਮੇਂ ਇਹ ਅਕਾਲੀ ਦਲ ਨੇ ਸੰਤ ਭਿੰਡਰਾਂਵਾਲੇ ਨੂੰ ਵੀ ਉਹਨਾਂ ਨੂੰ ਵੀ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਉਹ ਵੱਖਰੀ ਗੱਲ ਆ ਵੀ ਉਹ ਬੜੀ ਵਧੀਆ ਉੱਚ ਸ਼ਖਸੀਅਤ ਦੇ ਮਾਲਕ ਸੀਗੇ, ਉਹਨਾਂ ਦੇ ਉਸ ਘੇਰੇ 'ਚ ਨਹੀਂ ਆ ਸਕੇ ਸੀਗੇ। ਸੋ ਉਸ ਤੋਂ ਬਾਅਦ ਜਿਹੜਾ ਕਿਰਪਾਲ ਸਿੰਘ ਦਾ ਰੋਲ ਦੇਖ ਲਓ, ਜਿਹੜਾ ਉਸ ਤੋਂ ਬਾਅਦ ਗਿਆਨੀ ਜੋਗਿੰਦਰ ਸਿੰਘ ਦਾ ਜਿਹੜਾ ਗੁਰਬਚਨ ਸਿੰਘ ਦਾ ਰੋਲ ਦੇਖ ਲਓ, ਕਿਵੇਂ ਮਾਫੀ ਦਈ, ਫਿਰ ਮਾਫੀ ਵਾਪਸ ਲਈ, ਤੇ ਬਰਗਾੜੀ ਕਾਂਡ ਵਾਲਿਆ ਕੁਛ ਨਹੀਂ ਬੋਲੇ। ਇਹ ਸਾਰਾ ਜੋ ਸਿਸਟਮ ਹੋਇਆ ਅਕਾਲ ਤਖਤ ਦੇ ਜਹੇਦਾਰਾਂ ਦਾ, ਇਹਨਾਂ ਨੇ ਅਕਾਲ ਤਖਤ ਦੇ ਜਹੇਦਾਰ ਦੀ ਜਿਹੜਾ ਰੋਲ ਆ ਸਿੱਖ ਕੌਮ ਦੇ ਵਿੱਚ ਮਨਫੀ ਕਰ ਦਿੱਤਾ। ਅੱਜ ਕੋਈ ਵੀ ਸਿੱਖ ਇਹਨਾਂ ਦੇ ਜਹੇਦਾਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜਹੇਦਾਰਾਂ ਨੂੰ ਪ੍ਰੈਕਟੀਕਲ ਹੋਣਾ ਪਊਗਾ, ਜਹੇਦਾਰ ਨੂੰ ਮੈਦਾਨ ਦੇ ਵਿੱਚ ਆਉਣਾ ਪਊਗਾ, ਜਹੇਦਾਰ ਨੂੰ ਲੋਕਾਂ ਨੂੰ ਲੀਡ ਕਰਨ ਦੀ ਲੋੜ ਆ। ਗੱਲਾਂ ਮਾਰਨ ਨਾਲ ਕੰਮ ਨਹੀਂ ਚੱਲਣਾ। ਹੁਣ ਇਹ ਜਿਹੜੇ ਵੀ ਹੈ, ਚਾਹੇ ਇਹਨਾਂ ਦੇ ਪਿੱਛੇ ਕੌਣ ਆ, ਚਾਹੇ ਦਿੱਲੀ ਆ ਚਾਹੇ ਕੋਈ ਹੋ, ਇਹਨਾਂ ਗੱਲਾਂ ਨੂੰ ਭੁੱਲ ਜਾਓ। ਜਹੇਦਾਰ ਜਦ ਤੱਕ ਸਹੀ ਕੰਮ ਕਰਦਾ ਉਹਨੂੰ ਸਹੀ ਕਹਾਂਗੇ, ਜਦੋਂ ਜਹੇਦਾਰ ਗਲਤ ਕਹੂਗਾ ਉਹਦੀ ਵਿਰੋਧਤਾ ਕੀਤੀ ਜਾਊਗੀ। ਇਹ 'ਚ ਕੋਈ ਸ਼ੱਕ ਨਹੀਂ ਜਿਹੜਾ ਹਾਲਾਤ ਹੁਣ ਦਾ। ਤੇ ਸਾਨੂੰ ਇਹ ਗੱਲ ਬਿਲਕੁਲ ਠੀਕ ਆ ਵੀ ਜਿਹੜੀ ਸਿੱਖ ਕੌਮ ਇਸ ਸਮੇਂ ਸੰਕਟ ਦੇ ਵਿੱਚ ਆ ਰਹੀ ਆ। ਤੇ ਇਹ ਵੀ ਗੱਲ ਸਹੀ ਆ ਵੀ ਅਕਾਲੀ ਦਲ ਆਪਣੇ ਜਿਹੜੇ ਮੁੱਢਲੇ ਸਿਧਾਂਤ ਤੇ, ਜਿਸ ਕਰਕੇ ਜਿਹੜੀ ਅਕਾਲੀ ਦਲ ਨੂੰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਤੇ ਪੰਥ ਦੀ ਚੜ੍ਹਦੀ ਕਲਾ ਲਈ ਗੁਰਦੁਆਰਿਆਂ ਦੇ ਜਿਹੜੀ ਪੂਰੀ ਉਹਨਾਂ ਦੀ ਉੱਚ ਨੁਹਾਰ ਦੇ ਲਈ ਬਣਾਇਆ ਗਿਆ ਸੀਗਾ, ਉਹ ਤੋਂ ਆਪਣਾ ਗਵਾ ਚੁੱਕਿਆ ਜਦੋਂ ਇਹਨੇ ਪੰਜਾਬੀ ਪਾਰਟੀ ਬਣਾ ਲਈ 1996। ਠੀਕ ਹੈ ਬਰਾੜ ਸਾਹਿਬ, ਤੁਸੀਂ ਆਪਣੀ ਗੱਲ ਕਹੀ, ਗੱਲ ਤਾਂ ਬਿਲਕੁਲ ਠੀਕ ਹੈ, ਲੇਕਿਨ ਜਿਹੜੀ ਗੱਲ ਬਾਰ-ਬਾਰ ਉੱਠਦੀ ਹੈ ਕਿ ਆਪਾਂ ਇਹਨੂੰ ਅੱਗੇ ਕਿਵੇਂ ਲੈ ਕੇ ਕਿਵੇਂ ਜਾਈਏ। ਜਿਹੜੇ ਪੀਰ ਮੁਹੰਮਦ ਸਾਹਿਬ ਕਹਿੰਦੇ ਨੇ, ਤੇ ਇਹ ਤੁਹਾਨੂੰ ਪਤਾ ਹੈ ਕਿ ਜਦੋਂ ਮੰਥਨ ਕਰਨ ਲਈ ਜਿਹਨੂੰ ਅਕਵਾਲ ਸਿੰਘ ਝੁੰਦਾ ਕਮੇਟੀ ਕਹਿੰਦੇ ਆ, ਉਹ ਬਣਾਈ ਗਈ ਸੀ। ਕਿੰਨੀ ਕੁ ਗੱਲਬਾਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਝੁੰਦਾ ਕਮੇਟੀ ਦੀ ਮੰਨੀ, ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਨਾ। ਤੋਂ ਇਸ ਕਰਕੇ ਜਦੋਂ ਜਿਹੜੇ ਤਰੀਕੇ ਵਰਤੇ ਜਾਂਦੇ ਨੇ ਕਿ ਰਿਵਾਈਵ ਕਰਨਾ, ਉਹ ਕਦੋਂ ਕਿਵੇਂ ਹੁੰਦੇ ਨੇ, ਕਰਦੇ ਨਹੀਂ ਕਰਦੇ, ਲੋਕਾਂ 'ਚ ਇਸ ਕਿਸਮ ਦੀ ਵੀ ਚਰਚਾ ਹੈ। ਅਸੀਂ ਵੀ ਆਪਣੀ ਚਰਚਾ ਜਾਰੀ ਰੱਖਣੀ ਹੈ। ਇੱਕ ਬ੍ਰੇਕ ਹੋਰ ਲੈ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਪਿਆਰੇ ਦਰਸ਼ਕੋ, ਅਸੀਂ ਗੱਲ ਕਰ ਰਹੇ ਹਾਂ ਜੋ ਕੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਮਕਸਦ ਤੋਂ ਭਟਕ ਗਿਆ, ਤੇ ਇਸ ਤੇ ਚਰਚਾ ਚੱਲ ਰਹੀ ਹੈ। ਤੇ ਇਸ ਤੋਂ ਪਹਿਲਾਂ ਕਿ ਪੀਰ ਮੁਹੰਮਦ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਨੇ, ਉਹਨਾਂ ਨੇ ਕੁਝ ਗੱਲਾਂ ਕਹੀਆਂ ਨੇ, ਉਹ ਤੇ ਜਿਹੜੀ ਹੁਣ ਟਿੱਪਣੀ ਲੈਣੀ ਜ਼ਰੂਰੀ ਬਣਦੀ ਹੈ। ਜਥੇਦਾਰ ਦਾਦੂਵਾਲ ਸਾਹਿਬ, ਪੀਰ ਮੁਹੰਮਦ ਸਾਹਿਬ ਦੇ ਜਿਹੜੇ ਜਵਾਬ ਨੇ, ਕਿਵੇਂ ਦੇਖਦੇ ਹੋ? ਮੇਰਾ ਖਿਆਲ ਹੈ ਦਾਦੂਵਾਲ ਸਾਹਿਬ ਸ਼ਾਇਦ ਉਹ ਸਾਡੇ ਨਾਲ ਉਹਨਾਂ ਦਾ ਸੰਪਰਕ ਨਹੀਂ। ਪੰਜੌਲੀ ਸਾਹਿਬ, ਹਾਂਜੀ, ਇਹ ਜੋ ਪੀਰ ਮੁਹੰਮਦ ਸਾਹਿਬ ਜਵਾਬ ਦੇ ਰਹੇ ਨੇ, ਕਿੰਨਾ ਕੁ ਤੁਹਾਡੀ ਤਸੱਲੀ ਹੋ ਰਹੀ ਹੈ? ਕਿਵੇਂ ਦੇਖਦੇ ਹੋ ਇਹਨਾਂ ਨੂੰ? ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਜਿਹੜੀਆਂ ਗੱਲਾਂ ਦਾ ਜ਼ਿਕਰ ਕਰਕੇ ਹਟੇ ਨੇ, ਗੱਲਾਂ ਉਹ ਸਾਰੀਆਂ ਠੀਕ ਨੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇੱਕ ਅਜਿਹੀ ਜਥੇਬੰਦੀ ਸੀ ਜਿਹਦੇ ਵਿੱਚੋਂ ਟ੍ਰੇਨਿੰਗ ਲੈ ਕੇ ਵਿਦਵਾਨ ਵੀ ਪੈਦਾ ਹੁੰਦੇ ਰਹੇ, ਟਕਸਾਲੀ ਅਕਾਲੀ ਵੀ ਪੈਦਾ ਹੁੰਦੇ ਰਹੇ। ਇਹ ਜਿੱਥੇ ਬਾਦਲ ਪਰਿਵਾਰ ਨੇ ਇਹ ਫੈਡਰੇਸ਼ਨ ਮਾਰੀ ਹੈ, ਉੱਥੇ ਫੈਡਰੇਸ਼ਨ ਦੇ ਆਗੂ ਵੀ ਇਸ ਗੱਲ ਲਈ ਜ਼ਿੰਮੇਵਾਰ ਨੇ, ਕਿਉਂਕਿ ਉਹਨਾਂ ਦੀਆਂ ਉਮਰਾਂ ਹੋ ਚੁੱਕੀਆਂ ਸੀ। ਉਹਨਾਂ ਨੇ ਸਪੇਸ ਹੀ ਨਹੀਂ ਦਿੱਤੀ ਅਗਲੇ ਬੱਚਿਆਂ ਨੂੰ, ਆਉਣ ਵਾਲੀ ਜਿਹੜੇ ਛੋਟੇ ਬੱਚੇ ਸੀਗੇ। ਨਤੀਜਾ ਇਹ ਨਿਕਲ ਗਿਆ ਕਿ ਫੈਡਰੇਸ਼ਨ ਮਰੇ ਗਈ, ਬਹੁਤ ਧੜੇ ਬਣ ਗਏ, ਜਿਹਦਾ ਬਹੁਤ ਵੱਡਾ ਨੁਕਸਾਨ ਹੋਇਆ ਕੌਮ ਨੂੰ, ਕਿਉਂਕਿ ਫੈਡਰੇਸ਼ਨ ਦੇ ਪਲੇਟਫਾਰਮ ਰਾਹੀਂ ਪੈਦਾ ਹੋਈ ਲੀਡਰਸ਼ਿਪ ਜਿਹੜੀ ਸੀ, ਉਹ ਸਿਧਾਂਤਕ ਤੌਰ ਤੇ ਵੀ ਪਰਪੱਕ ਸੀ ਤੇ ਗੁਰਮਤ ਦੀ ਰਹਿਣੀ ਬਹਿਣੀ ਦੇ ਵਿੱਚ ਵੀ ਪੂਰੀ ਤਰ੍ਹਾਂ ਪਰਪੱਕ ਸੀ। ਉਹਨਾਂ 'ਚ ਪੰਥ ਪ੍ਰਸਤੀ ਵੀ ਸੀ, ਗੁਰਮਤ ਵੀ ਸੀ। ਉਹੀ ਜੀ ਜਥੇਬੰਦੀ ਫੈਡਰੇਸ਼ਨ ਜਿਹੜੀ ਹੈ ਉਹ ਕਾਇਮ ਰਹਿਣੀ ਚਾਹੀਦੀ ਸੀ। ਜਿਨ੍ਹਾਂ ਨੇ ਮਾਰੀ, ਮੈਂ ਸਮਝਦਾ ਵੀ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ
ਮਹਿਤਾ ਸਾਹਿਬ, ਭਾਈ ਮਨਜੀਤ ਸਿੰਘ, ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੀ ਪੜਚੋਲ ਵੀ ਕਰਨੀ ਚਾਹੀਦੀ ਹੈ ਕਿ ਫੈਡਰੇਸ਼ਨ ਨੂੰ ਮਾਰਨ ਵਾਲਾ ਕੌਣ ਲੋਕ ਨੇ। ਦੂਜੀ ਗੱਲ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਹੈ, ਇਹ ਪੰਥ ਔਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੀ ਆ ਰਹੀ ਹੈ। ਬੜੀਆਂ ਕੁਰਬਾਨੀਆਂ ਨੇ, ਬੜੀਆਂ ਸ਼ਹਾਦਤਾਂ, ਬੜਾ ਲਹੂ ਡੁੱਲਿਆ, ਪਰ ਇਹ ਗੱਲ ਕਿਉਂ ਨਹੀਂ ਤਸਲੀਮ ਕਰਦੇ ਸਰਦਾਰ ਪੀਰ ਮੁਹੰਮਦ ਸਾਹਿਬ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ 2017 ਦੀ ਚੋਣ ਦੇ ਵਿੱਚ ਅਸੀਂ 15 ਸੀਟਾਂ ਲੈ ਸਕੇ, 2022 ਵਿੱਚ ਸਾਨੂੰ 3 ਮਿਲੀਆਂ, ਜਿਮਨੀ ਚੋਣ ਹੋਈ ਸੰਗਰੂਰ ਅਸੀਂ 5ਵੇਂ ਨੰਬਰ ਤੇ ਚਲੇ ਗਏ, ਜਲੰਧਰ ਦੀ ਚੋਣ ਆਈ ਅਸੀਂ 3 ਨੰਬਰ ਤੇ ਚਲੇ ਗਏ। ਇੱਕ ਬੰਦਾ ਕਿਉਂ ਵਜਦਾ ਇਸ ਗੱਲ ਲਈ ਕਿ ਮੈਂ ਆਪਣੀ ਅਹੁਦਾ ਕਿਉਂ ਨਹੀਂ ਛੱਡਦਾ? ਜੇ ਮੇਰੀ ਬਦੌਲਤ ਪਾਰਟੀ ਨਿਘਾਰ ਵਿੱਚ ਜਾ ਰਹੀ ਹੈ, ਉਹਨੂੰ ਛੱਡ ਦੇਣਾ ਚਾਹੀਦਾ। ਉਹ ਮੁੱਖ ਮੰਤਰੀ ਵਾਲਾ ਰਾਹ ਅਖਤਿਆਰ ਕਰੇ, ਉਹ ਕਹੇ ਵੀ ਮੈਨੂੰ ਮੁੱਖ ਮੰਤਰੀ ਬਣਾ ਦਿਓ, ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰ ਲਓ। ਪਾਰਟੀ ਦਾ ਪ੍ਰਧਾਨ ਇਹੋ ਜਿਹਾ ਚਾਹੀਦਾ ਜਿਹਦੇ ਗਾਤਰੇ ਕਿਰਪਾਨ ਹੋਵੇ, ਉੱਪਰ ਦੀ ਗੁਰਮਤਿ ਦੇ ਰੰਗ ਵਿੱਚ ਰੰਗਿਆ ਹੋਵੇ, ਜਿਹਦੇ ਚ ਸਿੱਖੀ ਸਿਦਕ ਹੋਵੇ, ਪੰਥ ਪ੍ਰਸਤੀ ਹੋਵੇ, ਪੰਥਕ ਜਜ਼ਬਾ ਹੋਵੇ। ਸਰਦਾਰ ਸੁਖਬੀਰ ਸਿੰਘ ਬਾਦਲ ਇਹਨਾਂ ਸਾਰੀਆਂ ਗੱਲਾਂ ਤੋਂ ਸੱਖਣੇ ਨੇ। ਰਾਜਨੀਤਿਕ ਤੌਰ ਤੇ ਉਹ ਜ਼ਰੂਰ ਚਤੰਨ ਹੈਗਾ, ਵਿਕਾਸ ਦੇ ਮੁੱਦੇ ਤੇ ਉਹਨੇ ਪਿਛਲੇ ਸਮੇਂ 'ਚ ਜਦੋਂ ਸਰਕਾਰ ਬਣੀ 10 ਸਾਲ ਉਹਨੇ ਵਿਕਾਸ ਵੀ ਬੜਾ ਕੀਤਾ, ਇਹ 'ਚ ਕੋਈ ਦੋਰਾਮਾ ਨਹੀਂ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣ ਵਿੱਚ ਸਰਦਾਰ ਸੁਖਬੀਰ ਸਿੰਘ ਪੂਰੀ ਤਰ੍ਹਾਂ ਫੇਲ ਹੋਏ ਨੇ ਤੇ ਪੰਥ ਦੀ ਜਥੇਬੰਦੀ ਬਚਾਉਣੀ ਚਾਹੀਦੀ ਹੈ, ਜ਼ਰੂਰੀ ਹੈ। ਇਸ ਜਥੇਬੰਦੀ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ ਹੈ। ਅਕਾਲ ਤਖਤ ਦੇ ਜਥੇਦਾਰ ਦੀ ਵੀ ਇਹੀ ਚਿੰਤਾ ਹੈ। ਦੇਖੋ, ਅਕਾਲ ਤਖਤ ਦੇ ਜਥੇਦਾਰ ਦੀ ਵੀ ਇਹੀ ਚਿੰਤਾ ਹੈ ਕਿ ਪੰਥ ਦੀ ਜਥੇਬੰਦੀ ਮੁੜ ਕੇ ਆਪਣੇ ਪੈਰਾਂ ਤੇ ਖੜੀ ਹੋਵੇ, ਉਹਦੀ ਗੱਲ ਸੁਣਨੀ ਚਾਹੀਦੀ ਹੈ। ਤੇ ਜੇ ਨਹੀਂ ਸੁਣਨੀ, ਇਹ ਲੋਕਾਂ ਦੀ, ਪੰਜਾਬੀਆਂ ਦੀ ਚਿੰਤਾ, ਇਹ ਪੰਜਾਬੀਆਂ ਦੀ ਚਿੰਤਾ ਹੈ। ਪੰਜਾਬ ਦੀ ਇੱਕ ਖੇਤਰੀ ਵੱਡੀ ਪਾਰਟੀ, ਜਿਵੇਂ ਤੁਸੀਂ ਕਿਹਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੋਣੀ ਜ਼ਰੂਰੀ ਸੀ। ਇਹੀ ਜਜ਼ਬਾ ਜਿਹੜਾ ਤੁਸੀਂ ਗੱਲ ਕਰਦੇ ਹੋ, ਸ਼ਾਇਦ ਜਥੇਦਾਰ ਸਾਹਿਬ ਦੇ ਮਨ 'ਚ ਵੀ ਉਹੀ ਆਵੇ। ਸਹੋਲੀ ਸਾਹਿਬ। ਬਾਲੀਆ ਜੀ, ਗੱਲ ਇਹ ਹੈ ਵੀ ਸਾਰਿਆਂ ਨੂੰ ਪਤਾ ਹੈ, ਪੰਜੋਲੀ ਉਹਨਾਂ ਦੇ ਭਾਸ਼ਣ ਸਾਰਿਆਂ ਦੇ ਇੱਕੋ ਸੀ ਕਿ ਜਿੱਦਣ ਦੇ ਬਾਦਲ ਪਰਿਵਾਰ ਨੂੰ ਪੰਜਾਬ ਦੀ ਧਰਤੀ ਤੇ ਸਰਕਾਰਾਂ ਬਣਾਉਣ ਦਾ ਮੌਕਾ ਦਿੱਤਾ ਹੈ, ਪਤਾ ਨਹੀਂ ਕੀ ਨਜ਼ਰ ਲੱਗ ਗਈ, ਕੀ ਇਹਨਾਂ ਨੇ ਕਿੱਥੇ ਕੀ ਕਰਿਆ ਹੋਇਆ ਕਿ ਇਹ ਸਾਰਾ ਇਹਨਾਂ ਨੇ ਸਾਡੇ ਬੱਲੇ ਰੱਖਿਆ ਤੋਪਾਂ ਦਾ ਮੂੰਹ। ਜਿੰਨੇ ਵੀ ਨੌਜਵਾਨ ਲਿਸਟਾਂ, ਇਹਨਾਂ ਨੂੰ ਪੁੱਛ ਲਓ ਸਾਡੇ ਭਰਾਵਾਂ ਨੂੰ, ਇਹ ਭਾਸ਼ਣ ਸੱਚ ਦੇ ਕਰਦੇ ਰਹੇ ਆਪਾਂ ਭੋਗਾਂ ਤੇ ਜਾ ਕੇ। ਉਹ ਸਾਡੇ ਹੀ ਨੌਜਵਾਨ ਕਦੇ ਝੂਠੇ ਸੌਦੇ ਵਾਲੇ ਦੇ ਉਹਦੇ ਚ ਉੱਥੇ ਸ਼ਹੀਦ ਹੋ ਰਹੇ ਨੇ, ਕਦੇ ਪਹਿਲਾਂ ਨੂਰ ਮਹਿਲੀਏ ਦੇ ਹੋ ਰਹੇ ਨੇ। ਮੈਂ ਕਿੰਨੇ ਕੁ ਗਣਿਆਵਾਂ, ਉਨਾ ਟਾਈਮ ਨਹੀਂ ਹੁੰਦਾ। ਮੈਂ ਕਹਿ ਰਿਹਾ ਵੀ ਜਿੰਨੀ ਦੇਰ ਜਿਹੜੇ ਦਾਗੀ ਲੋਕ ਨੇ ਇਹ ਸ਼੍ਰੋਮਣੀ ਅਕਾਲੀ ਦਲ ਚੋਂ ਵੱਖ ਨਹੀਂ ਹੁੰਦੇ, ਖਹਿੜਾ ਨਹੀਂ ਛੱਡਦੇ, ਉਨੀ ਦੇਰ ਗਿਆਨੀ ਹਰਪ੍ਰੀਤ ਸਿੰਘ ਜਿੰਨੀਆਂ ਮਰਜ਼ੀ ਲੈ ਲਈਆਂ ਕੱਢ ਲੈਣ, ਜਿੰਨਾ ਮਰਜ਼ੀ ਕਹੀ ਜਾਣ, ਸਾਡੇ ਲਈ ਉਹ ਸ਼ੱਕ ਦੇ ਘੇਰੇ 'ਚ ਨੇ। ਤੁਸੀਂ ਦੇਖੋ ਮੋਹਾਲੀ ਮੋਰਚਾ ਚੱਲਦਾ ਹੈ, ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰੇ ਉਹਨਾਂ ਦਾ ਲਾਇਆ ਹੋਇਆ ਮੋਰਚਾ ਹੈ, ਉਹਦੇ 'ਚ ਕਿੰਨੇ ਕੁ ਜਾਣਾ ਜੀ, ਕੌਣ ਜਾ ਰਿਹਾ ਹੈ, ਕੀ ਹੋ ਰਿਹਾ ਹੈ? ਇਹਦਾ ਕਾਰਨ ਕੀ ਹੈ? ਏਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੇ ਇਹ ਲੋਕ ਵੀ ਵੋਟਾਂ ਦੇ ਟਾਈਮ ਨਸ਼ੇ ਵੰਡ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਹੋਏ ਨੇ, ਤਾਂ ਅੱਜ ਕੌਮ ਦਾ ਪੰਥ ਦਾ ਹਾਲ ਹੋਇਆ ਹੈ। ਮੈਂ ਕਹਿੰਦਾ ਤਰਸ ਕਰ ਲੈਣ, ਅੱਜ ਇਹਨਾਂ ਦੇ ਵੀ ਉਂਗਲ ਉੱਠਦੀ ਹੈ, ਉਹ ਸਾਈਡ ਤੇ ਜਾਣ। ਸਰਬੱਤ ਖਾਲਸੇ ਵੀ ਸਾਨੂੰ ਤਾਂ ਹੀ ਕਰਨੇ ਪਏ, ਇਹ ਹਾਲ ਇਹ ਉਹ ਜਰਨਲਾਈਜ਼ ਨਾ ਕਰੋ ਕਿ ਸਾਰੇ ਮੈਂਬਰ ਨਸ਼ੇ ਵੰਡ ਕੇ ਬਣੇ ਨੇ। ਸਾਹਮਣੇ ਪੰਜੋਲੀ ਸਾਹਿਬ ਵੀ ਬੈਠੇ ਨੇ, ਇਸ ਤਰ੍ਹਾਂ ਦੀ ਗੱਲ ਸ਼ਾਇਦ ਚੰਗੀ ਨਹੀਂ ਹੈ। ਦਾਦੂਵਾਲ ਸਾਹਿਬ, ਜੇ ਤੁਸੀਂ ਆ ਗਏ, ਆਵਾਜ਼ ਤੁਹਾਡੀ ਤਾਂ ਗੱਲ ਕਰੋ। ਸ਼ਾਇਦ ਪੀਰ ਮੁਹੰਮਦ ਸਾਹਿਬ। ਦੇਖੋ, ਗੱਲ ਇਹ ਆ ਵਾਲੀਆ ਸਾਹਿਬ ਕਿ ਜਿਹੜਾ ਕੱਲ ਆਪਣੇ ਜਨਮ ਦਿਨ ਮਨਾਇਆ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਰੋਡੇ ਪਿੰਡ, ਤੇ ਜਿਹੜੇ ਉਹਨਾਂ ਦੇ ਮੁੱਖ ਆਰਗੇਨਾਈਜ਼ਰ ਨੇ ਉਹ ਹੈਗੇ ਨੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ। ਤੇ ਗਿਆਨੀ ਜਸਵੀਰ ਸਿੰਘ ਰੋਡੇ ਜਿੰਨਾ ਸਮਾਂ ਹੁਣ ਪਤਾ ਨਹੀਂ ਮੈਨੂੰ ਕਿ ਉਹਨਾਂ ਨੇ ਅੱਜ ਜਿਹੜੀ ਵੱਖਰੀ ਸਟੇਜ ਲਾ ਕੇ ਕੋਈ ਗੱਲ ਕਰ ਲਈ ਏ, ਉਹ ਲਗਾਤਾਰ ਉਹਨਾਂ ਦੇ ਧਾਰਮਿਕ ਸਲਾਹਕਾਰ ਰਹੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ। ਪੰਜੋਲੀ ਸਾਹਿਬ ਨੂੰ ਵੀ ਪਤਾ, ਦਾਦੂਵਾਲ ਸਾਹਿਬ ਨੂੰ ਪਤਾ, ਇਧਰ ਸਹੌਲੀ ਸਾਹਿਬ ਨੂੰ ਪਤਾ, ਉਪਜੀਤ ਸਿੰਘ ਬਰਾੜ ਨੂੰ ਪਤਾ, ਤੇ ਤੁਹਾਨੂੰ ਵੀ ਪਤਾ। ਤੁਸੀਂ ਜਿੰਨਾ ਡੰਗਿਆਈ ਦੇ ਵਿੱਚ ਜਾ ਕੇ ਪੱਤਰਕਾਰੀ ਕਰਦੇ ਹੋ, ਉਹਦੀ ਮੀਨਮੇਖ ਕਰਦੇ ਹੋ, ਸ਼ਾਇਦ ਕੋਈ ਜਰਨਲਿਸਟ ਜਿਹੜੇ ਚੋਣਵੇਂ ਉਹਨਾਂ ਦੇ ਵਿੱਚ ਇੱਕ ਤੁਸੀਂ ਹੋ, ਕਿਉਂਕਿ ਪ੍ਰੋਫੈਸਰ ਆਫ ਜਰਨਲਿਜ਼ਮ ਦਾ ਤੁਹਾਨੂੰ ਖਿਤਾਬ ਮਿਲਿਆ ਆ।
ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਰੋਡੇ ਸਾਹਿਬ ਨੂੰ ਅੱਜ ਐਡਾ ਵੱਡਾ ਇਕੱਠ ਕਰਕੇ ਜਿਹੜੀਆਂ ਗੱਲਾਂ ਸਟੇਜ ਤੋਂ ਖਵਾਉਣੀਆਂ ਪੈ ਰਹੀਆਂ ਨੇ, ਉਹ 2015 ਦੇ ਵਿੱਚ ਉਹਨਾਂ ਨੇ ਕਿਉਂ ਨਹੀਂ ਕੀਤੀਆਂ, 2017 ਦੇ ਵਿੱਚ ਕਿਉਂ ਨਹੀਂ ਕੀਤੀਆਂ, 2000 ਜਿਹੜਾ ਸਮਾਂ ਸੀ ਉਦੋਂ ਕਿਉਂ ਨਹੀਂ ਕੀਤੀਆਂ। ਅੱਜ ਜਦੋਂ ਇੱਕ ਸੰਕਟ ਦੀ ਘੜੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਮਗਰ ਪਈਆਂ ਹੋਈਆਂ ਨੇ, ਤੁਸੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਸੀ ਬੀਜੇਪੀ ਨਾਲ, ਚਲੋ ਕਿਸਾਨ ਸੰਘਰਸ਼ ਆਇਆ ਤੇ ਸਮਝੌਤਾ ਟੁੱਟ ਗਿਆ, ਤੇ ਜਦੋਂ ਟੁੱਟਿਆ ਤੇ ਜਿਹੜੇ ਬੰਦੇ ਬਾਹਰ ਜਾ ਰਹੇ ਨੇ ਉਹ ਸਾਰੇ ਬੀਜੇਪੀ ਦੇ ਨਾਲ ਜਾ ਕੇ ਖੜ ਰਹੇ ਨੇ। ਮਤਲਬ ਕਿ ਤੁਸੀਂ ਮਤਲਬ ਕਿ ਜਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲ ਸਮਝੌਤਾ ਹੈ ਤਾਂ ਸਾਡੇ ਵਾਸਤੇ ਸਭ ਤੋਂ ਵੱਡਾ ਦੋਸ਼ ਹੈ ਕਿ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਕਰਕੇ ਨਿਗਾਰ 'ਚ ਗਿਆ ਹੈ। ਤੇ ਅੱਜ ਉਹ ਸਾਰੇ ਬੰਦੇ ਬੀਬੀ ਜਗੀਰ ਕੌਰ ਹੋਵੇ, ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਣ, ਜਾਂ ਜਿੰਨੇ ਵੀ ਗਰੁੱਪ ਬਣੇ ਹੋਏ ਨੇ, ਉਹ ਸਾਰੇ ਜਾ ਕੇ ਬੀਜੇਪੀ ਨਾਲ ਸਮਝੌਤੇ ਲਈ ਤਰਲੋ ਮੱਛੀ ਹੋ ਰਹੇ ਨੇ। ਸੰਤ ਸਮਾਜ ਵੀ, ਜਿਹੜਾ ਜਿੰਨੀਆਂ ਵੀ ਸੰਸਥਾਵਾਂ ਜਿਹੜੀਆਂ ਬਣੀਆਂ ਹੋਈਆਂ ਨੇ, ਜਿਹੜੀਆਂ ਅੱਜ ਕਹਿ ਰਹੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਸੋ ਪਤਾ ਗੱਲ ਕੀ ਹੈ, ਇਹ ਇੱਕ ਰਾਜਨੀਤਿਕ ਮਸਲਾ ਬਣ ਚੁੱਕਾ ਹੈ ਔਰ ਇਹਦਾ ਰਾਜਨੀਤਿਕ, ਮੈਂ ਤੁਹਾਨੂੰ ਇਹ ਦੇਖੋ, ਜੇ ਮੰਨ ਲਓ 2017 ਦੇ ਵਿੱਚ ਜਾਂ 2022 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੋਣਾਂ ਜਿੱਤ ਜਾਂਦਾ ਤੇ ਫਿਰ ਇਹ ਮੁੱਦੇ ਹੀ ਨਹੀਂ ਸੀ ਹੈਗੇ। ਮੈਨੂੰ ਇਹ ਦੱਸੋ, ਫਿਰ ਇਹ ਮੁੱਦਾ ਦੇ ਉੱਤੇ ਆਪਾਂ ਵਿਚਾਰ ਨਹੀਂ ਸੀ ਕਰਨੀ। ਇਹਨੂੰ ਧਾਰਮਿਕ ਲਹਿਜੇ ਦੇ ਨਾਲ ਹਮੇਸ਼ਾ ਲੋੜ ਰਹੇਗੀ ਕਿ ਸਾਨੂੰ ਕਿੱਥੇ ਕਿੱਥੇ ਠੀਕ ਕਰਨ ਦੀ ਲੋੜ ਹੈਗੀ ਏ, ਲੇਕਿਨ ਅੱਜ ਰਾਜਨੀਤਿਕ ਦੌੜ ਦੇ ਵਿੱਚ ਕੋਈ ਵੀ ਪਿੱਛੇ ਰਹਿਣਾ ਨਹੀਂ ਚਾਹੁੰਦਾ। ਹਰ ਬੰਦਾ ਇਹ ਚਾਹ ਰਿਹਾ ਹੈ ਕਿ ਦੇਖੋ ਕਿਸੇ ਵੀ ਤਰੀਕੇ ਦੇ ਨਾਲ ਕਿ ਮੈਂ ਇਸ ਦੇ ਵਿੱਚ ਆਪਣੇ ਆਪ ਨੂੰ ਪਾਸੇ ਕਰਕੇ ਤੇ ਇਹ ਕੋਸ਼ਿਸ਼ ਕਰਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਇਕੱਲਾ ਇਹਦੇ ਲਈ ਜ਼ਿੰਮੇਵਾਰ ਸੀ। ਮੈਂ ਇਹ ਗੱਲ ਕਹਿਣੀ ਚਾਹਣਾ ਕਿ ਅਸੀਂ ਸਮੇਂ-ਸਮੇਂ ਕਹਿੰਦੇ ਰਹੇ, ਹੁਣ ਵੀ ਕਹਿੰਦੇ ਆ, ਪਾਰਟੀ ਦੇ ਵਿੱਚ ਵੀ ਇਹ ਗੱਲ ਕਹਿ ਰਹੇ ਆ ਕਿ ਇਹਦੀ ਕਲੈਕਟਿਵ ਰਿਸਪੌਂਸਿਬਿਲਟੀ ਲੈਣੀ ਪਵੇਗੀ, ਚਾਹੇ ਵਿੱਚੋਂ ਬਾਹਰ ਜਿਹੜੇ ਗਏ ਨੇ ਉਹ ਵੀ, ਤਾਂ ਜਿਹੜੇ ਵਿੱਚ ਬੈਠੇ ਨੇ ਉਹ ਵੀ। ਇਹ ਇੱਕ ਵਿਅਕਤੀ ਵਿਸ਼ੇਸ਼ ਦੇ ਉੱਤੇ ਦੋਸ਼ ਲਾ ਕੇ ਉਹਨਾਂ ਨੂੰ ਪਾਸੇ ਕਰਨ ਦੀ ਗੱਲ ਕਰਨੀ, ਇਹ ਵੀ ਬਹੁਤ ਹੀ ਚੰਗੀ ਗੱਲ ਨਹੀਂ। ਪੀਰ ਮੁਹੰਮਦ ਸਾਹਿਬ, ਤੁਸੀਂ ਬਹੁਤ ਵਧੀਆ ਗੱਲਾਂ ਕਰ ਰਹੇ ਹੋ, ਲੇਕਿਨ ਜਦੋਂ ਲੀਡਰਸ਼ਿਪ ਤਬਦੀਲੀ ਦੀ ਗੱਲ ਝੁੰਦਾ ਕਮੇਟੀ ਨੇ ਕਹੀ, ਉਹ ਆਪ ਹੀ ਬਣਾਈ ਸੀ ਪ੍ਰਧਾਨ ਸਾਹਿਬ ਨੇ, ਉਹਦੀ ਗੱਲ ਨਹੀਂ ਮੰਨੀ ਗਈ। ਉਹਨੇ ਕਿਹਾ ਸੀ ਸਮੁੱਚੀ ਲੀਡਰਸ਼ਿਪ ਦੀ ਤਬਦੀਲੀ ਹੋਣੀ ਚਾਹੀਦੀ ਹੈ। ਉਸ ਗੱਲ ਦੇ ਵਿੱਚ ਤਕਰੀਬਨ ਉਸ ਗੱਲ ਦੇ ਵਿੱਚ 65-70% ਜਿਹੜੀਆਂ ਮੁੱਖ ਜਿਹੜੀਆਂ ਆਈਆਂ ਨੇ ਉਹਨਾਂ ਦੀਆਂ ਜਿਹੜੇ ਸੁਝਾਅ ਨੇ ਉਹ ਮੰਨੇ ਗਏ ਨੇ। ਬਾਕੀ ਵੀ ਇੰਪਲੀਮੈਂਟ ਹੋਣ, ਜਿਹੜਾ ਜਥੇਦਾਰ ਬਣਾਏ ਜਾ ਰਹੇ ਆ ਉਸੇ ਮੁਤਾਬਕ ਹੀ ਬਣਾਏ ਜਾ ਰਹੇ ਆ। ਉਸ ਤੋਂ ਬਾਅਦ ਸਾਰੀ ਚੋਣ ਵੀ ਹੋਣੀ ਹੈ ਜਥੇਬੰਦੀ ਦੀ। ਪ੍ਰਧਾਨ ਉਹੀ ਰਹੂਗਾ, ਬਾਕੀ ਸਭ ਕੁਝ ਬਦਲ ਜੂਗਾ। ਉਹ ਵਜੀਤ ਸਿੰਘ ਬਰਾੜ ਸਾਹਿਬ, ਪ੍ਰੋਫੈਸਰ ਸਾਹਿਬ, ਜਿਵੇਂ ਪੰਜੌਲੀ ਸਾਹਿਬ ਨੇ ਬਹੁਤ ਵਧੀਆ ਬਿਲਕੁਲ ਗੱਲਾਂ ਜਿਹੜੀਆਂ ਉਹਨਾਂ ਦੀ ਗੱਲਾਂ ਕਹੀਆਂ, ਜਿਵੇਂ ਸਿੱਖ ਸਟੂਡੈਂਟ ਫੈਡਰੇਸ਼ਨ ਵਾਲੀ ਗੱਲ ਕੀਤੀ ਉਹਨਾਂ ਨੇ ਵੀ ਉਹਨੂੰ ਕਰਨ ਦੇ ਲਈ ਵੀ ਯੂਥ ਅਕਾਲੀ ਦਲ ਵੀ ਬਣਿਆ, ਫਿਰ ਸੋਈ ਨਾਂ ਦੀ ਜਥੇਬੰਦੀ ਵੀ ਬਣੀ ਤੇ ਫੈਡਰੇਸ਼ਨ ਦਾ ਜਿਹੜਾ ਨਿਸਤੋ ਨਬੂਦ ਹੋ ਗਿਆ। ਇਹ ਗੱਲ ਬਿਲਕੁਲ ਸਹੀ ਆ ਉਹਨਾਂ ਦੀ। ਤੇ ਜੋ ਸਹੌਲੀ ਸਾਹਿਬ ਨੇ ਮੁੱਦੇ ਚੱਕੇ, ਉਹਨਾਂ 'ਚ ਵੀ ਕੋਈ ਵੀ ਬਿਲਕੁਲ ਸੱਚੋ ਸੱਚ ਆ। ਤੇ ਜਿਹੜੀ ਪੀਰ ਮੁਹੰਮਦ ਸਾਹਿਬ ਦੀ ਗੱਲ ਆ ਗੌਰ ਕਰਨ ਵਾਲੀ ਆ ਵੀ ਜਸਵੀਰ ਸਿੰਘ ਰੋਡੇ ਬਾਰੇ, ਕਿਉਂਕਿ ਜਸਵੀਰ ਸਿੰਘ ਰੋਡੇ ਬਾਰੇ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ। ਉਹ MK ਧਾਰਾ IV ਦੇ ਮੁਖੀ, ਉਹਨਾਂ ਨੇ ਆਪਣੀ ਕਿਤਾਬ ਓਪਨ ਸੀਕ੍ਰੇਟ ਦੇ ਵਿੱਚ ਵੀ ਜ਼ਿਕਰ ਕੀਤਾ ਹੋਇਆ, ਉਹ ਇਹਨਾਂ ਨੂੰ ਵੀ ਭਲੀ ਭਾਂਤ ਪਤਾ। ਤੇ ਦੂਜੀ ਗੱਲ, ਅੱਜ ਤੱਕ ਮੈਂ ਇਹ ਵੀ ਜਿਹੜੇ ਹੁਣ ਸੰਤ ਭਿੰਡਰਾਂਵਾਲੇ ਦੇ ਜਿਹੜੇ ਹੁਣ ਗੱਲ ਕਰ ਰਹੇ ਆ ਸਾਰੇ, ਇਹਨਾਂ ਦੇ ਲੰਮੇ ਸਮੇਂ ਤੇ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਦੇ ਹੁੰਦੇ ਵੀ ਸੰਤ ਭਿੰਡਰਾਂਵਾਲਿਆਂ ਦਾ ਹੁਣ ਵੀ ਆਉਣਾ 6 ਜੂਨ ਨੂੰ, ਪਰ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਖਾਸ ਤੌਰ ਤੇ ਅਕਾਲੀ ਦਲ ਬਾਦਲ ਨੂੰ ਸਮੂਲੀਅਤ ਕਰਨੀ ਚਾਹੀਦੀ ਹੈ, ਅੱਜ ਤੱਕ ਨਹੀਂ ਕਰੀ। ਜਿਵੇਂ ਸਿਰਫ ਬਿਰਸਾ ਸਿੰਘ ਬਲਟੋਹੇ ਵਰਗੇ 1-2 ਵਾਰ ਜ਼ਰੂਰ ਆਏ ਆ, ਪਰ ਜਿਸ ਤਰ੍ਹਾਂ ਵੱਡੇ ਪੱਧਰ ਤੇ ਅਕਾਲੀ ਦਲਾਂ ਦੇ ਆਗੂਆਂ ਨੂੰ ਸਮੂਲੀਅਤ ਕਰਨੀ ਚਾਹੀਦੀ ਸੀ, ਕਦੇ ਨਹੀਂ ਕਰੀ। ਉਹਦਾ ਕਿਉਂਕਿ ਪੰਥ ਦੇ ਵਿੱਚ ਜਿਹੜਾ ਆਇਆ ਨਿਘਾਰ ਆ, ਜੋ ਅਕਾਲੀ ਦਲ ਦੇ ਵਿੱਚ ਜਿਹੜਾ ਪੰਜਾਬੀ ਪਾਰਟੀ ਬਣਨ ਦਾ ਜਿਹੜਾ ਇਹਨਾਂ ਦਾ ਖਾਬ ਸੀਗਾ ਵੀ ਸਿਰਫ ਸੱਤਾ ਦੇ ਰਹਿਣਾ, ਭਾਵੇਂ ਸਿੱਖੀ ਜਾਵੇ ਭਾਵੇਂ ਗੁਰਦੁਆਰੇ ਜਾਣ, ਕੋਈ ਗੱਲ ਨਹੀਂ, ਕੁਰਸੀ ਨਹੀਂ ਛੁੱਟਣੀ ਚਾਹੀਦੀ। ਇਹ ਵੀ ਕੋਈ ਵਜ੍ਹਾ ਨਹੀਂ ਹੈ ਵੀ ਜੇ ਮੇਰੇ ਕਰਕੇ, ਇੱਕ ਬੰਦੇ ਕਰਕੇ ਸਾਰਾ ਪੰਥ ਜੇ ਚਾਹੁੰਦਾ ਹੈ ਵੀ ਇਹ ਸਾਰਾ ਪੰਥ ਚਾਹੁੰਦਾ ਵੀ ਇੱਕ ਬੰਦਾ, ਇੱਕ ਪਰਿਵਾਰ ਜੇ ਸਾਈਡ ਲਾਈਨ ਤੇ ਹੋ ਕੇ ਬਾਕੀ ਸਾਰਾ ਕੁਝ ਸਹੀ ਹੁੰਦਾ ਤਾਂ ਕੁਰਬਾਨੀ ਕਰ ਦੇਣੀ ਚਾਹੀਦੀ ਹੈ। ਇਹਦੇ 'ਚ ਵੀ ਕੋਈ ਗੱਲ ਨਹੀਂ। ਇਹ ਵੀ ਗੱਲਾਂ ਵਿਚਾਰਨ ਵਾਲੀਆਂ, ਕੋਈ ਇਹ ਨਾ ਸੋਚੇ ਵੀ ਜੇ ਵੀ ਮੇਰੇ ਤੋਂ ਬਗੈਰ ਅਕਾਲੀ ਦਲ ਨਹੀਂ ਚੱਲਣਾ, ਇਹ ਵੀ ਭੁਲੇਖਾ ਹੈ। ਇਹ ਵੀ ਇੱਕ ਇਸ ਤਰ੍ਹਾਂ ਦਾ ਇੱਕ ਤੰਤਰ ਜਾਲ ਬੁਣਿਆ ਹੋਇਆ ਹੈ, ਇਹ ਵੀ ਦਿਮਾਗ 'ਚੋਂ ਕੱਢ ਦੇਣਾ ਚਾਹੀਦਾ। ਜਦੋਂ ਆਪਾਂ ਸਿੱਖ ਸਿਧਾਂਤਾਂ ਤੇ ਬੈਠ ਕੇ ਪੁਰਾਣੇ ਸਮਿਆਂ ਤੋਂ ਸੇਧ ਲੈ ਕੇ ਅਕਾਲੀ ਦਲ ਨੂੰ ਇੱਕ ਨਵੀਂ ਚੇਤਨਾ, ਨਵੀਂ ਸਿਰਜਣਾ ਕਰਾਂਗੇ ਤਾਂ ਅਕਾਲੀ ਦਲ ਜ਼ਰੂਰ ਕਾਮਯਾਬ ਹੋਊਗਾ। ਪਰ ਇੱਕ ਗੱਲ ਪੱਕੀ ਆ ਵੀ ਅਕਾਲੀ ਦਲ ਪੰਥ ਪ੍ਰਸਤ ਹੋਣਾ ਚਾਹੀਦਾ, ਸਿੱਖ ਸਿਧਾਂਤਾਂ 'ਚ ਪਰਪੱਕ ਹੋਣਾ ਚਾਹੀਦਾ ਤੇ ਅਕਾਲੀ ਦਲ ਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨਾ ਵਾਲਾ ਇਹੋ ਜਿਹਾ ਅਕਾਲੀ ਦਲ ਚਾਹੀਦਾ ਜਿਹੜਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇ,
ਨਾ ਕਿ ਵੱਧ ਅਧਿਕਾਰਾਂ ਦੀ ਅਸੀਂ ਗੱਲ ਕਰੀਏ ਤੇ 370 ਦੀ ਅਸੀਂ ਕਸ਼ਮੀਰ ਦੇ ਹੱਕ ਵਿਰੋਧਤਾ ਕਰੀਏ ਵੀ ਹਾਂ ਵੀ ਇਹ ਟੁੱਟਣੀ ਚਾਹੀਦੀ ਆ, ਤੇ ਅਸੀਂ ਯੂਆਪਾ ਕਾਨੂੰਨਾਂ ਦੇ ਹੱਕਾਂ ਦੀ ਗੱਲਾਂ ਕਰੀਏ। ਇਹਦਾ ਗੱਲਾਂ ਗਲਤ ਆ ਨਾ। ਅਸੀਂ ਆਪਣੇ ਬਰਗਾੜੀ ਵਾਲਾ ਤੇ ਗੋਲੀ ਚਲਾ ਦਈਏ, ਇਹ ਵੀ ਗੱਲ ਗਲਤ ਆ। ਇਹ ਉਧਰ ਲੁਧਿਆਣੇ ਗੋਲੀ ਚਲਾ ਦਈਏ, ਉਧਰ ਜਸਪਾਲ ਸਿੰਘ ਸਿੱਧਵਾਂ ਵਰਗੇ ਚੌੜ ਕੱਲਾ ਕੱਲਾ ਵਾਰਸ ਉਹਨਾਂ ਨੂੰ ਮਾਰ ਦਈਏ, ਤੇ ਬਾਕੀ ਜਿਹੜੇ ਸਾਡੇ ਪੰਥਕ ਬੰਦੇ ਆ ਉਹਨਾਂ ਨੂੰ ਅੰਦਰ ਮਾਰੀਏ, ਤੇ ਜਿਹੜੇ ਦੂਜੀਆਂ ਜਿਹੜੀਆਂ ਪੰਥਕ ਵਿਰੋਧੀਆਂ ਉਹਨਾਂ ਨੂੰ ਸ਼ਹਿ ਦਈਏ। ਇਹ ਗੱਲਾਂ ਨਹੀਂ ਚੱਲਣੀਆਂ ਸਾਰੀਆਂ 1996 ਤੋਂ ਬਾਅਦ। ਸੋ ਮੇਰਾ ਕਹਿਣ ਦਾ ਭਾਵ ਆ ਵੀ ਅਕਾਲੀ ਦਲ ਦੇ ਜਿਹੜੇ ਬਾਕੀ ਲੀਡਰ ਆ ਉਹਨਾਂ ਨੂੰ ਫਿਰ ਆਪਣੀ ਕੁਰਸੀ ਬਾਰੇ ਨਹੀਂ ਸੋਚਣਾ ਚਾਹੀਦਾ, ਉਹਨਾਂ ਨੂੰ ਸੋਚਣ ਦੀ ਹੁਣ ਲੋੜ ਆ। ਜਿਵੇਂ ਜਥੇਦਾਰ ਨੇ ਭਾਸ਼ਣ ਦਿਆ, ਸਿੱਖ ਕੌਮ ਬਾਰੇ, ਗੁਰਦੁਆਰਿਆਂ ਬਾਰੇ, ਪੰਥ ਬਾਰੇ, ਆਉਣ ਵਾਲੇ ਖਤਰੇ ਬਾਰੇ, ਕਿਉਂਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉੱਥੇ ਸੰਘੂਲ ਦੇ ਨਾਲ ਜਿਸ ਤਰ੍ਹਾਂ ਹਿੰਦੂ ਰਾਸ਼ਟਰ ਦੀ ਦਸਤਕ ਕੇਂਦਰ ਦੇ ਵਿੱਚ ਹੋ ਰਹੀ ਆ ਤੇ ਚੁੱਪਚਾਪ ਤਮਾਸ਼ਾ ਦੇਖ ਰਹੇ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਿੱਖ ਕੌਮ ਨੂੰ ਖਤਰਾ ਹੈ, ਇਹਦੇ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ ਆ। ਇਹ ਬਹੁਤ ਵੱਡੀ ਗੱਲ ਆ। ਛੋਟੀ ਜੀ ਬਰਾੜ ਸਾਹਿਬ, ਲੇਕਿਨ ਜਿਹੜੀ ਗੱਲ ਉੱਭਰ ਕੇ ਅਸਲ ਪੀਰ ਮੁਹੰਮਦ ਸਾਹਿਬ ਠੀਕ ਕਹਿ ਰਹੇ ਹੋਣਗੇ, ਉਹਨਾਂ ਦਾ ਆਪਣਾ ਇੱਕ ਪੱਖ ਹੈ, ਉਹ ਇੱਕ ਪਾਰਟੀ ਦੇ ਨੁਮਾਇੰਦੇ ਨੇ, ਪਰ ਪਿਆਰੇ ਦਰਸ਼ਕੋ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਨੀਂਹ ਰੱਖੀ ਗਈ ਉਦੋਂ ਗੁਰਦੁਆਰਾ ਲਹਿਰ ਚੱਲ ਰਹੀ ਸੀ, ਯਾਨੀ 1920 ਅਕਾਲੀ ਲਹਿਰ। ਉਦੋਂ ਤਾਂ ਈਵਨ ਪੱਤਰਕਾਰੀ ਵੀ ਉਹਦੇ ਸ਼ੁਰੂ ਦੇ, ਅਕਾਲੀ ਅਖਬਾਰ ਉਹਦੇ ਸ਼ੁਰੂ ਹੁੰਦਾ ਹੈ, ਔਰ ਮਾਸਟਰ ਤਾਰਾ ਸਿੰਘ ਦਾ ਅਖਬਾਰ ਪ੍ਰਦੇਸ਼ੀ, ਫਿਰ ਦੋਨੇ ਇਕੱਠੇ ਹੋ ਕੇ ਅਕਾਲੀ ਤੇ ਪ੍ਰਦੇਸ਼ੀ ਬਣਦੇ ਨੇ। ਅਸੀਂ ਤਾਂ ਕਈ ਵਾਰੀ ਕਿਹਾ ਕਿ ਅਕਾਲੀ ਲਹਿਰ ਅਕਾਲੀ ਅਖਬਾਰ ਕਰਕੇ ਜਾਂ ਅਕਾਲੀ ਲਹਿਰ ਕਰਕੇ ਅਕਾਲੀ ਅਖਬਾਰ ਚੱਲਿਆ ਸੀ। ਬਹੁਤ ਸਾਰੀਆਂ ਗੱਲਾਂ ਉਦੋਂ ਸਿਰਫ ਤੇ ਸਿਰਫ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਸੀ। ਜਦੋਂ ਰੱਖੀ ਜਾਂਦੀ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੀ, ਉਹਦਾ ਮੁੱਖ ਏਜੰਡਾ ਨੇਚਰਲੀ ਫਿਰ ਉਹੀ ਸੀ। ਜਦੋਂ ਉਹਨੂੰ ਇੱਕ ਲਾਂਭੇ ਕਰਕੇ ਸਿਆਸੀ ਏਜੰਡਾ ਮੁੱਖ ਏਜੰਡਾ ਬਣ ਗਿਆ, ਤੇ ਇਹ ਗੱਲ ਅਸਲ ਦੇ ਵਿੱਚ ਜਥੇਦਾਰ ਸਾਹਿਬ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ ਬਣ ਗਿਆ, ਫਿਰ ਪੰਥਕ ਪਾਰਟੀ ਕਿਹੜੀ ਹੈ। ਇਹ ਦੋ ਤਿੰਨ ਜਿਹੜੇ ਨੁਕਤੇ ਨੇ, ਇੱਕ ਬਹੁਤ ਵਧੀਆ ਨੁਕਤਾ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਔਰ ਜਥੇਦਾਰ ਪੰਜੌਲੀ ਸਾਹਿਬ ਨੇ ਉਠਾਇਆ। ਇਹ ਤੇ ਵੈਸੇ ਵਿਚਾਰ ਕਰਨ ਦੀ ਲੋੜ ਹੈ। ਉਹ ਹੈ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਹੈ ਇਸ ਹਾਲਤ 'ਚ ਪਹੁੰਚਣਾ। ਬਾਕੀ ਆਰਗੇਨਾਈਜੇਸ਼ਨ ਬਣ, ਰੋਡੀ ਪੌਡੀ ਸਾਧ ਸੰਗਤ ਨੂੰ ਜਿਹੜੀ ਮਰਜ਼ੀ ਆਰਗੇਨਾਈਜੇਸ਼ਨ ਲਓ, ਲੇਕਿਨ ਜਿਹੜਾ ਅਕਾਲੀ ਦਲ ਨੂੰ ਫੀਡ ਕਰਦਾ ਸੀ, ਜੋ ਪੀਰ ਮੁਹੰਮਦ ਸਾਹਿਬ ਕਹਿ ਰਹੇ ਸੀ ਤੇ ਠੀਕ ਕਹਿ ਰਹੇ ਸੀ, ਉਹ ਜਿਹੜੇ ਫੈਡਰੇਸ਼ਨ ਤੋਂ ਜਿਹੜੀ ਸੈਟਬੈਕ ਪਹੁੰਚੀ ਹੈ, ਉਹਨੇ ਵੀ ਅਕਾਲੀ ਦਲ ਨੂੰ ਵੱਡਾ ਨੁਕਸਾਨ ਪਹੁੰਚਾਇਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਮੌਕਾ ਦਿੱਤਾ ਹੈ ਸਵੈ ਪੜਚੋਲ ਦਾ। ਇਹ ਕਿਸੇ ਤੇ ਕੋਈ ਨੁਕਤਾਚੀਨੀ ਨਹੀਂ। ਜਦੋਂ ਕੋਈ ਇਸ ਤਰ੍ਹਾਂ ਦੀ ਸੀਟ ਤੇ ਬੈਠਾ, ਜਿਹਨੂੰ ਅਸੀਂ ਬੜੇ ਸਤਿਕਾਰ ਨਾਲ ਸੀਟ ਨੂੰ ਨਤਮਸਤਕ ਹੁੰਦੇ ਹਾਂ ਅਕਾਲ ਤਖਤ ਸਾਹਿਬ ਨੂੰ, ਉੱਥੇ ਬੈਠ ਕੇ ਜੇ ਕੋਈ ਬੰਦਾ ਇਹ ਜਿਹੜਾ ਜਥੇਦਾਰ ਇਸ ਤਰ੍ਹਾਂ ਦੀ ਗੱਲ ਕਰਦਾ, ਉਹ ਕੌਮ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਉਹਦਾ ਹੀ ਹਿੱਸਾ ਇਹ ਅੱਜ ਦਾ ਪ੍ਰੋਗਰਾਮ ਹੈ। ਤੁਸੀਂ ਸਾਰੇ ਆਏ, ਐਡਵੋਕੇਟ ਉਪਜੀਤ ਸਿੰਘ ਬਰਾੜ ਸਾਹਿਬ, ਸਰਦਾਰ ਕਰਨੈਲ ਸਿੰਘ ਪੰਜੌਲੀ ਸਾਹਿਬ, ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ, ਪਰਮਜੀਤ ਸਿੰਘ ਸੋਹਲੀ ਸਾਹਿਬ ਔਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਔਰ ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ ਮਿਲਦੇ ਹਾਂ ਸਵੇਰੇ 8:40 ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ। ਕੱਲ ਸ਼ਾਮ ਨੂੰ ਆਪਾਂ ਮੁਲਾਕਾਤ ਕਰਾਂਗੇ 5:30 ਵਜੇ ਚਰਚਾ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ। ਚਰਚਾ।